ਲੀਵਰ ਦੀਆਂ ਬਿਮਾਰੀਆਂ ਜਿਹੜੀਆਂ ਡਾਕਟਰ ਸਾਹਿਬ ਬਹੁਤ ਫੈਲ ਰਹੀਆਂ ਔਰ ਹਸਪੀਟਲ ਮੈਂ ਦੇਖਿਆ ਭਰੇ ਪਏ ਨੇ। ਇਹ ਮਤਲਬ ਕੀ ਕਾਰਨ ਕੀ ਹੈ, ਇਹਦਾ ਮੇਨ ਕਾਰਨ ਕੀ ਹੈ ਲੀਵਰ ਦੀ ਬਿਮਾਰੀਆਂ ਹੋਣ ਦਾ? ਸੁਨੀਲ ਜੀ, ਲੀਵਰ ਦੀ ਬਿਮਾਰੀ ਹੋਣ ਦਾ ਮੇਨ ਕਾਰਨ ਹੈ ਗਲੀ ਚੌਂਕ ਮੁਹੱਲੇ ਦੇ ਵਿੱਚ ਜਿਹੜੀਆਂ ਫੂਡ ਸਟਰੀਟ ਖੁੱਲ੍ਹੀ ਹੋਈ ਹੈ, ਜਿੰਨੀਆਂ ਵੀ ਰੇਹੜੀਆਂ ਹੈਗੀਆਂ ਨੇਗੀਆਂ ਜਿੱਥੇ ਤੁਹਾਨੂੰ ਕੁਲਚੇ ਛੋਲੇ ਬਰਗਰ ਭਟੂਰੇ ਪਕੌੜੇ ਮਿਲ ਰਹੇ ਹੈ, ਇਹ ਸਭ ਸਾਡੇ ਏਜੰਟ ਹੈ। ਇਹ ਲੀਵਰ ਦੀਆਂ ਬਿਮਾਰੀਆਂ ਪੈਦਾ ਕਰਦੇ ਹੈ। ਠੀਕ ਹੈ, ਪਹਿਲੇ ਜ਼ਮਾਨੇ ਵਿੱਚ ਵੀ ਹੁੰਦਾ ਇੰਨਾ ਖਾਸ ਕੋਈ ਬਿਮਾਰੀ ਨਹੀਂ ਲੈਂਦੇ ਸੀਗੇ ਨਾ, ਉਹ ਖਾਂਦੇ ਨਹੀਂ ਸੀਗੇ। ਤਾਂ ਮਤਲਬ ਮੇਰੇ ਸੁਣਨ ਵਾਲੇ ਜਿਹੜੇ ਵੀ ਸਰੋਤਾ ਹੈਗੇ ਸਮਝ ਲਓ, ਅਗਰ ਤੁਸੀਂ ਡਾਕਟਰਾਂ ਤੋਂ ਬਚਣਾ ਹੈ ਤਾਂ ਪਹਿਲਾਂ ਤਾਂ ਇਹਨਾਂ ਜਗ੍ਹਾ ਤੋਂ ਬਚ ਜਾਓ, ਕਿਉਂਕਿ ਖਾਣ ਪੀਣ ਨਾਲ ਸੰਬੰਧਿਤ ਇਹ ਬਿਮਾਰੀ ਹੈ। ਤਾਂ ਲੀਵਰ ਅਗਰ ਤੁਸੀਂ ਆਪਣਾ ਬਚਾਉਣਾ ਹੈ ਤਾਂ ਆਪਣਾ ਖਾਣ ਪੀਣ ਠੀਕ ਕਰਨਾ ਪਏਗਾ। ਜਿੰਨੀਆਂ ਮਰਜ਼ੀ ਦਵਾਈਆਂ ਖਾ ਲਿਓ, ਮਹਿੰਗੀ ਤੋਂ ਮਹਿੰਗੀ ਦਵਾਈ ਖਾ ਲਿਓ, ਅਗਰ ਖਾਣ ਪੀਣ ਠੀਕ ਨਹੀਂ ਕੀਤਾ ਤਾਂ ਮੈਂ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਹਾਡਾ ਲੀਵਰ ਕਦੇ ਵੀ ਠੀਕ ਨਹੀਂ ਹੋ ਸਕਦਾ। ਡਾਕਟਰ ਸਾਹਿਬ, ਲੀਵਰ ਦੀ ਜਿਹੜੀ ਬਿਮਾਰੀ ਹੈ ਇਹਦੀ ਸੰਕੇਤ ਕੀ ਹੈ? ਸਟਾਰਟਿੰਗ ਸਟੇਜ ਅਗਰ ਆਪਾਂ ਫੜ ਲਈਏ ਤਾਂ ਸਟਾਰਟਿੰਗ ਸਟੇਜ ਕੀ ਹੈ? ਸਰ, ਸਟਾਰਟਿੰਗ ਸਟੇਜ ਜਿਹੜੀ ਹੁੰਦੀ ਹੈ ਲੀਵਰ ਦੀ, ਉਹ ਤੁਹਾਨੂੰ ਭੁੱਖ ਨਾ ਲੱਗਣਾ, ਗੈਸ ਬਣਨਾ, ਬੋਡੀ 'ਚ ਵੈਸੇ ਹੀ ਜਿਵੇਂ ਸੁਸਤੀਪਨ ਜਿਹੀ ਛਾ ਜਾਣੀ, ਭਾਰੀ ਭਾਰੀ ਸਰੀਰ ਰਹਿਣਾ, ਔਰ ਕਦੇ ਕੋਈ ਪੇਨ ਆ ਗਈ ਬੋਡੀ, ਜਿਹਨੂੰ ਆਪਾਂ ਕਹਿੰਦੇ ਜੀ ਮੇਰੇ ਮਸਲ ਪੇਨ ਹੋ ਰਿਹਾ ਹੈ ਜਾਂ ਬੋਡੀ 'ਚ ਦਰਦ ਹੋ ਰਿਹਾ ਹੈ, ਇੱਦਾਂ ਦੀਆਂ ਸੰਕੇਤ ਆਉਂਦੇ ਹੈ ਜਿਨ੍ਹਾਂ ਨੂੰ ਅਕਸਰ ਪੇਸ਼ੈਂਟ ਇਗਨੋਰ ਕਰਦੇ ਹੈ। ਫੈਟੀ ਲੀਵਰ ਦੀ ਬਹੁਤ ਯਾਨੀ ਇਹ ਫੈਟੀ ਲੀਵਰ ਅੱਜ ਕੱਲ੍ਹ ਤਕਰੀਬਨ 90% ਲੋਕਾਂ ਨੂੰ ਹੋ ਗਿਆ, ਮਤਲਬ ਖਾਣ ਪੀਣ ਦਾ ਹੀ ਚੱਕਰ ਸਰ 80 ਤੋਂ 85% ਬਿਮਾਰੀਆਂ ਖਾਣ ਪੀਣ ਕਰਕੇ ਹੋਣੀਆਂ। ਅੱਛਾ ਜੀ। ਠੀਕ ਹੈ, ਫੈਟੀ ਲੀਵਰ ਉਹਦੇ ਵਿੱਚੋਂ ਮੇਨ ਹੈ, ਕਿਉਂਕਿ ਜਿਹੜਾ ਵੀ ਅਸੀਂ ਕੁਝ ਖਾਵਾਂਗੇ ਉਹ ਅਲਟੀਮੇਟਲੀ ਲੀਵਰ ਨੇ ਉਹਨੂੰ ਪਚਾਉਣ ਦੇ ਵਿੱਚ ਮਦਦ ਕਰਨੀ ਹੈ। ਠੀਕ ਹੈ, ਹੁਣ ਫੈਟੀ ਲੀਵਰ ਨੂੰ ਵੀ ਆਪਾਂ ਦੇਖੀਏ ਤਾਂ ਫੈਟੀ ਲੀਵਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਸ਼ਰਾਬ ਪੀਣ ਵਾਲੇ ਬੰਦਿਆਂ ਨੂੰ, ਜਿਹੜੇ ਬੰਦੇ ਬਹੁਤ ਜ਼ਿਆਦਾ ਅਲਕੋਹਲ ਪੀਂਦੇ ਆ, ਜਿਹਨੂੰ ਅਸੀਂ ਕਹਿੰਦੇ ਆ ਜੀ ਅਲਕੋਹਲਿਕ ਲੀਵਰ ਡਿਜ਼ੀਜ਼। ਫੈਟੀ ਲੀਵਰ ਦਾ ਇੱਕ ਪਹਿਲੀ ਕੈਟਾਗਰੀ ਹੈਗੀ ਹੈ। ਇਹਦਾ ਕਨਫਰਮ ਹੈ ਜਿਹੜੇ ਬੰਦੇ ਬਹੁਤ ਦਾਰੂ ਪੀਂਦੇ ਉਹਨਾਂ ਦੇ ਲੀਵਰ ਦੇ ਵਿੱਚ ਇਹ ਬਿਮਾਰੀ ਆਣੀ ਹੀ ਆਣੀ ਹੈ, ਇਹਦੇ ਵਿੱਚ ਤੁਸੀਂ ਬਚ ਨਹੀਂ ਸਕਦੇ। ਇੱਕ ਹੁੰਦਾ ਨਾਨ ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼। ਨਾਰਮਲ ਬੰਦਾ ਦਾਰੂ ਨਹੀਂ ਪੀਂਦਾ ਲੇਕਿਨ ਫਿਰ ਵੀ ਫੈਟੀ ਹੈ। ਹੁਣ ਉਹ 'ਚ ਕੀ ਫੈਟੀ ਹੈ? ਦੇਖੋ, ਲੀਵਰ ਦੇ ਵਿੱਚ 5-10% ਫੈਟ ਡਿਪੋਜ਼ਿਟ ਹੋ ਜਾਣਾ ਨਾਰਮਲ ਹੈ, ਲੀਵਰ ਉਹਨੂੰ ਸਹਾਰ ਸਕਦਾ ਹੈ ਕਿ ਇੰਨਾ ਕੁ ਜੇਕਰ ਫੈਟ ਕਿਸੇ ਵਜ੍ਹਾ ਕਰਕੇ ਡਿਜ਼ੋਲਵ ਹੋ ਵੀ ਗਿਆ ਜਾਂ ਐਡਜਸਟ ਰਹਿ ਗਿਆ ਉੱਥੇ ਜਮ੍ਹਾਂ, ਤਾਂ ਲੀਵਰ ਉਸ ਨੂੰ ਟੋਲਰੇਟ ਕਰਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਜਦੋਂ ਇੱਕ ਐਕਸੈਸ ਤੋਂ ਜ਼ਿਆਦਾ ਜਿਹੜਾ ਫੈਟ ਹੈ ਲੀਵਰ ਦੇ ਵਿੱਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ, ਲੀਵਰ ਦੇ ਸੈਲਸ ਦੇ ਉੱਪਰ ਫੈਟ ਜੰਮਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਕਹਿੰਦੇ ਆ ਜੀ ਫੈਟੀ ਲੀਵਰ। ਤਾਂ ਜਿੰਨਾ ਫੈਟ ਲੀਵਰ ਦੇ ਸੈਲਸ ਦੇ ਉੱਪਰ ਜੰਮੇਗਾ ਓਨਾ ਹੀ ਸਾਡੇ ਲੀਵਰ ਦੀ ਵਰਕਿੰਗ ਸਲੋ ਹੋ ਜਾਏਗੀ। ਠੀਕ ਹੈ, ਇਹਦੀਆਂ ਹੁਣ ਕੈਟਾਗਰੀਜ਼ ਦੇ ਵਿੱਚ ਅੱਗੇ ਕੀ ਹੈ? ਗ੍ਰੇਡ 1 ਹੈਗਾ। ਗ੍ਰੇਡ 1 ਦੇ ਵਿੱਚ ਬਹੁਤ ਜ਼ਿਆਦਾ ਖਰਾਬੀ ਨਹੀਂ ਹੁੰਦੀ, ਹਲਕੇ ਫੁਲਕੇ ਸੰਕੇਤ ਮਿਲਦੇ ਆ, ਅਲਟਰਾਸਾਊਂਡ ਕਰਾਉਂਦੇ ਆ, ਉੱਥੋਂ ਪਤਾ ਲੱਗਦਾ ਜੀ ਕਿ ਗ੍ਰੇਡ 1 ਫੈਟੀ ਲੀਵਰ ਹੈਗਾ। ਤੁਸੀਂ ਘਰੇ ਠੀਕ ਕਰ ਸਕਦੇ ਹੋ। ਅੱਛਾ, ਖਾਣ ਪੀਣ ਠੀਕ ਕਰ ਦਿਓ, ਫਰੂਟਸ ਜ਼ਿਆਦਾ ਵਧਾ ਦਿਓ। ਠੀਕ ਹੈ, ਔਰ ਆਪਣਾ ਫਰਾਈਡ ਬਿਲਕੁਲ ਬੰਦ ਕਰ ਦਿਓ, ਮਿੱਠਾ ਘਟਾ ਦਿਓ, ਤਾਂ ਤੁਹਾਡਾ ਜਿਹੜਾ ਫੈਟੀ ਲੀਵਰ ਹੈ ਉਹ ਰਿਕਵਰ ਹੋ ਜਾਂਦਾ ਹੈ। ਡਾਕਟਰ ਸੁਨੀਲ ਮੋਦਗਿਲ ਜੀ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਕੋਲ ਪੁੱਛਾਂਗੇ। ਆਯੁਰਵੈਦਿਕ ਦੇ ਬਹੁਤ ਹੀ ਸੁਪ੍ਰਸਿੱਧ ਡਾਕਟਰ ਨੇ, ਬਹੁਤ ਮੁਸ਼ਕਿਲ ਨਾਲ ਟਾਈਮ ਦਿੱਤਾ ਡਾਕਟਰ ਸਾਹਿਬ, ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਾਂ ਤੁਹਾਨੂੰ ਮਿਲਣ ਦਾ। ਤੁਸੀਂ ਹਰ ਵਾਰ ਕਹਿੰਦੇ ਅੱਜ ਅਸੀਂ ਇੱਥੇ ਅੱਜ ਇੱਥੇ ਆ, ਤੇ ਇੱਕ ਵਾਰ ਤੁਸੀਂ ਸ਼ਾਇਦ ਬੁਲਾਇਆ ਵੀ ਮੈਨੂੰ, ਉਦੋਂ ਮੈਂ ਥੋੜ੍ਹਾ ਬਿਜ਼ੀ ਹੋ ਗਿਆ। ਤੇ ਹੋਰ ਸੁਣਾਓ ਡਾਕਟਰ ਸਾਹਿਬ, ਸਵਾਗਤ ਹੈ ਸਾਡੇ ਚੈਨਲ 'ਚ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਟਾਈਮ ਦੀ ਗੱਲ ਕੋਈ ਇੱਦਾਂ ਦੀ ਗੱਲ ਨਹੀਂ ਕਿ ਮੈਂ ਟਾਈਮ ਨਹੀਂ ਦਿੰਦਾ, ਬਟ ਹੁੰਦਾ ਕਿ ਤੁਸੀਂ ਹੁਣ ਵੀ ਦੇਖਿਆ ਤੁਹਾਨੂੰ 20-25 ਮਿੰਟ ਵੇਟ ਕਰਨਾ ਪਿਆ ਕਿਉਂਕਿ ਪੇਸ਼ੈਂਟਸ ਆ ਰਹੇ ਸੀਗੇ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਪੇਸ਼ੈਂਟ ਸਾਰੇ ਅਪਾਇੰਟਮੈਂਟ ਲੈ ਕੇ ਆਉਂਦੇ ਆ, ਬਿਕੋਜ਼ ਉਹਨਾਂ ਦੀ ਨਾੜੀ ਦੇਖਣੀ ਹੁੰਦੀ ਹੈ। 2-2.5 ਘੰਟੇ ਦੇ ਖਾਲੀ ਪੇਟ ਹੁੰਦੇ ਆ, ਤਾਂ ਉਹਨਾਂ ਨੂੰ ਵੇਟ ਨਹੀਂ ਕਰਵਾਈ ਜਾ ਸਕਦੀ। ਨਾਰਮਲ ਪੇਸ਼ੈਂਟ ਹੋ ਤਾਂ ਵੇਟ ਕਰ ਸਕਦੇ ਆ। ਮੈਂ ਦੇਖਿਆ ਡਾਕਟਰ ਸਾਹਿਬ, ਇਹਨੇ ਪੰਜਾਬ ਤਾਂ ਚਲੋ ਹੈ, ਹਰਿਆਣਾ ਹਿਮਾਚਲ ਤੋਂ ਲੋਕ ਆ ਰਹੇ ਨੇ ਤੁਹਾਡੇ ਕੋਲ। ਸਰ, ਆਲ ਓਵਰ ਦਾ ਵਰਲਡ ਪੇਸ਼ੈਂਟਸ ਆਉਂਦੇ ਹੈਗੇ ਆ। ਈਵਨ ਅੱਜ ਸਵੇਰ ਦੀ ਅਪਾਇੰਟਮੈਂਟ ਸੀਗੀ, ਆਸਟ੍ਰੇਲੀਆ ਤੋਂ ਪੇਸ਼ੈਂਟ ਆਏ ਹੋਏ ਆ, ਜਲੰਧਰ 'ਚ ਹੈਗੇ, ਉਹਨਾਂ ਦੇ ਵੀ ਲੀਵਰ ਦੀ ਪ੍ਰੋਬਲਮ ਹੈਗੀ, ਉਹ ਸ਼ਾਇਦ ਕੱਲ੍ਹ ਆਉਣਗੇ। ਤਾਂ ਇਹ ਨਹੀਂ ਹੈ ਕਿ ਪੇਸ਼ੈਂਟ ਇਕੱਲਾ ਪਟਿਆਲਾ 'ਚੋਂ ਜਾਂ ਪੰਜਾਬ 'ਚੋਂ ਆਉਂਦੇ ਆ। ਆਫਕੋਰਸ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਹਿਮਾਚਲ 'ਚੋਂ, ਹਰਿਆਣਾ, ਈਵਨ ਰਾਜਸਥਾਨ, ਗੰਗਾਨਗਰ ਤੋਂ ਵੀ ਆਉਂਦੇ ਹੈਗੇ ਆ। ਡਾਕਟਰ ਸਾਹਿਬ, ਲੀਵਰ ਦੀ ਗੱਲ ਕੀਤੀ, ਮੈਂ ਟੌਪਿਕ ਵੀ ਅੱਜ ਲੀਵਰ ਵਾਲਾ ਹੀ ਛੇੜਨਾ ਸੀਗਾ ਤੁਹਾਡੇ ਨਾਲ, ਤੇ ਕੁਦਰਤੀ ਤੁਸੀਂ ਵੀ ਲੀਵਰ ਵਾਲੀ ਗੱਲ ਕੀਤੀ। ਲੀਵਰ ਦੀਆਂ ਬਿਮਾਰੀਆਂ ਜਿਹੜੀਆਂ ਡਾਕਟਰ ਸਾਹਿਬ ਬਹੁਤ ਫੈਲ ਰਹੀਆਂ ਔਰ ਹਸਪੀਟਲ ਮੈਂ ਦੇਖਿਆ ਭਰੇ ਪਏ ਨੇ। ਇਹ ਮਤਲਬ ਕੀ ਕਾਰਨ ਕੀ ਹੈ, ਇਹਦਾ ਮੇਨ ਕਾਰਨ ਕੀ ਹੈ ਲੀਵਰ ਦੀ ਬਿਮਾਰੀਆਂ ਹੋਣ ਦਾ? ਸੁਨੀਲ ਜੀ, ਲੀਵਰ ਦੀ ਬਿਮਾਰੀ ਹੋਣ ਦਾ ਮੇਨ ਕਾਰਨ ਹੈ ਗਲੀ ਚੌਂਕ ਮੁਹੱਲੇ ਦੇ ਵਿੱਚ ਜਿਹੜੀਆਂ ਫੂਡ ਸਟਰੀਟ ਖੁੱਲ੍ਹੀ ਹੋਈ ਹੈ, ਜਿੰਨੀਆਂ ਵੀ ਰੇਹੜੀਆਂ ਹੈਗੀਆਂ ਨੇਗੀਆਂ ਜਿੱਥੇ ਤੁਹਾਨੂੰ ਕੁਲਚੇ ਛੋਲੇ ਬਰਗਰ ਭਟੂਰੇ ਪਕੌੜੇ ਮਿਲ ਰਹੇ ਹੈ, ਇਹ ਸਭ ਸਾਡੇ ਏਜੰਟ ਹੈ। ਇਹ ਲੀਵਰ ਦੀਆਂ ਬਿਮਾਰੀਆਂ ਪੈਦਾ ਕਰਦੇ ਹੈ।
ਠੀਕ ਹੈ। ਆ ਪਹਿਲੇ ਜ਼ਮਾਨੇ ਵਿੱਚ ਵੀ ਹੁੰਦਾ ਇੰਨਾ ਖਾਸ ਕੋਈ ਬਿਮਾਰੀ ਨਹੀਂ ਲੈਂਦੇ ਸੀਗੇ ਨਾ, ਉਹ ਖਾਂਦੇ ਨਹੀਂ ਸੀਗੇ। ਤਾਂ ਮਤਲਬ ਮੇਰੇ ਸੁਣਨ ਵਾਲੇ ਜਿਹੜੇ ਵੀ ਸਰੋਤਾ ਹੈਗੇ ਸਮਝ ਲਓ, ਅਗਰ ਤੁਸੀਂ ਡਾਕਟਰਾਂ ਤੋਂ ਬਚਣਾ ਹੈ ਤਾਂ ਪਹਿਲਾਂ ਤਾਂ ਇਹਨਾਂ ਜਗ੍ਹਾ ਤੋਂ ਬਚ ਜਾਓ, ਕਿਉਂਕਿ ਖਾਣ ਪੀਣ ਨਾਲ ਸੰਬੰਧਿਤ ਇਹ ਬਿਮਾਰੀ ਹੈ। ਤਾਂ ਲਿਵਰ ਅਗਰ ਤੁਸੀਂ ਆਪਣਾ ਬਚਾਉਣਾ ਹੈ ਤਾਂ ਆਪਣਾ ਖਾਣ ਪੀਣ ਠੀਕ ਕਰਨਾ ਪਏਗਾ। ਜਿੰਨੀਆਂ ਮਰਜ਼ੀ ਦਵਾਈਆਂ ਖਾ ਲਿਓ, ਮਹਿੰਗੀ ਤੋਂ ਮਹਿੰਗੀ ਦਵਾਈ ਖਾ ਲਿਓ, ਅਗਰ ਖਾਣ ਪੀਣ ਠੀਕ ਨਹੀਂ ਕੀਤਾ ਤਾਂ ਮੈਂ ਗਾਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ, ਤੁਹਾਡਾ ਲੀਵਰ ਕਦੇ ਵੀ ਠੀਕ ਨਹੀਂ ਹੋ ਸਕਦਾ। ਡਾਕਟਰ ਸਾਹਿਬ, ਲੀਵਰ ਦੀ ਜਿਹੜੀ ਬਿਮਾਰੀ ਹੈ ਇਹਦੇ ਸੰਕੇਤ ਕੀ ਹੈ? ਸਟਾਰਟਿੰਗ ਸਟੇਜ ਅਗਰ ਆਪਾਂ ਫੜ ਲਈਏ ਤਾਂ ਸਟਾਰਟਿੰਗ ਸਟੇਜ ਕੀ ਹੈ? ਸਰ, ਸਟਾਰਟਿੰਗ ਸਟੇਜ ਜਿਹੜੀ ਹੁੰਦੀ ਹੈ ਲੀਵਰ ਦੀ, ਉਹ ਤੁਹਾਨੂੰ ਭੁੱਖ ਨਾ ਲੱਗਣਾ, ਗੈਸ ਬਣਨਾ, ਬੋਡੀ 'ਚ ਵੈਸੇ ਹੀ ਜਿਵੇਂ ਸੁਸਤੀਪਨ ਜਿਹੀ ਛਾ ਜਾਣੀ, ਭਾਰੀ ਭਾਰੀ ਸਰੀਰ ਰਹਿਣਾ, ਔਰ ਕਦੇ ਕੋਈ ਪੇਨ ਆ ਗਈ ਬੋਡੀ, ਜਿਹਨੂੰ ਆਪਾਂ ਕਹਿੰਦੇ ਜੀ ਮੇਰੇ ਮਸਲ ਪੇਨ ਹੋ ਰਿਹਾ ਜਾਂ ਬੋਡੀ 'ਚ ਦਰਦ ਹੋ ਰਿਹਾ, ਇੱਦਾਂ ਦੀਆਂ ਸੰਕੇਤ ਆਉਂਦੇ ਆ ਜਿਨ੍ਹਾਂ ਨੂੰ ਅਕਸਰ ਪੇਸ਼ੈਂਟ ਇਗਨੋਰ ਕਰਦੇ ਆ, ਅਕਸਰ ਇਗਨੋਰ ਕਰਦੇ ਆ। ਅਤੇ ਲਿਵਰ ਦੀ ਬਿਮਾਰੀ ਫੜੀ ਕਿਵੇਂ ਜਾਂਦੀ ਹੈ? ਜਾਂ ਤਾਂ ਉਹ ਬਿਲਕੁਲ ਹੀ ਡੈਮੇਜ ਹੋ ਜੇ, ਬਹੁਤ ਜ਼ਿਆਦਾ ਪ੍ਰੋਬਲਮ 'ਚ ਆ ਜੇ, ਜਾਂ ਫਿਰ ਕੀ ਹੁੰਦਾ ਕਿ ਤੁਸੀਂ ਅਚਨਚੇਤ ਗਏ ਕਿਸੇ ਹੋਰ ਕੰਮ ਵਾਸਤੇ, ਅਲਟਰਾਸਾਊਂਡ ਕਰਵਾਉਣਾ ਸੀ ਤਾਂ ਡਾਕਟਰ ਨੇ ਕਿਹਾ ਜੀ ਲਿਪਿਡ ਪ੍ਰੋਫਾਈਲ ਕਰਵਾ ਲਓ, ਤੁਹਾਡਾ ਕੋਲੈਸਟਰੋਲ ਵਧਿਆ ਹੋਇਆ, ਤਾਂ ਦੇਖਿਆ ਕਿ ਲਿਪਿਡ ਪ੍ਰੋਫਾਈਲ ਦੇ ਨਾਲ ਜੇ LFT ਵੀ ਕਰਵਾ ਲਿਆ, ਪਤਾ ਚੱਲਿਆ ਜੀ OTPT ਵੀ ਵਧਿਆ ਹੋਇਆ, ਠੀਕ ਹੈ। ਔਰ ਅਲਟਰਾਸਾਊਂਡ ਦੇਖਿਆ ਜੀ ਗ੍ਰੇਡ 1 ਗ੍ਰੇਡ 2 ਤੁਹਾਡਾ ਫੈਟੀ ਲੀਵਰ ਆ ਰਿਹਾ। ਫੈਟੀ ਲੀਵਰ ਦੀ ਬਹੁਤ ਯਾਨੀ ਇਹ ਫੈਟੀ ਲੀਵਰ ਅੱਜ ਕੱਲ੍ਹ ਤਕਰੀਬਨ 90% ਲੋਕਾਂ ਨੂੰ ਹੋ ਗਿਆ, ਮਤਲਬ ਖਾਣ ਪੀਣ ਦਾ ਹੀ ਚੱਕਰ ਸਰ 80 ਤੋਂ 85% ਬਿਮਾਰੀਆਂ ਖਾਣ ਪੀਣ ਕਰਕੇ ਹੋਣੀਆਂ। ਅੱਛਾ ਜੀ, ਠੀਕ ਹੈ। ਫੈਟੀ ਲੀਵਰ ਉਹਦੇ ਵਿੱਚੋਂ ਮੇਨ ਹੈ, ਕਿਉਂਕਿ ਜਿਹੜਾ ਵੀ ਅਸੀਂ ਕੁਝ ਖਾਵਾਂਗੇ ਉਹ ਅਲਟੀਮੇਟਲੀ ਲੀਵਰ ਨੇ ਉਹਨੂੰ ਪਚਾਉਣ ਦੇ ਵਿੱਚ ਮਦਦ ਕਰਨੀ ਹੈ, ਠੀਕ ਹੈ। ਹੁਣ ਫੈਟੀ ਲੀਵਰ ਨੂੰ ਵੀ ਆਪਾਂ ਦੇਖੀਏ ਤਾਂ ਫੈਟੀ ਲੀਵਰ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਸ਼ਰਾਬ ਪੀਣ ਵਾਲੇ ਬੰਦਿਆਂ ਨੂੰ, ਜਿਹੜੇ ਬੰਦੇ ਬਹੁਤ ਜ਼ਿਆਦਾ ਅਲਕੋਹਲ ਪੀਂਦੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਅਲਕੋਹਲਿਕ ਲੀਵਰ ਡਿਜ਼ੀਜ਼, ਫੈਟੀ ਲੀਵਰ ਦਾ ਇੱਕ ਪਹਿਲੀ ਕੈਟਾਗਰੀ ਹੈਗੀ ਹੈ। ਇਹਦਾ ਕਨਫਰਮ ਹੈ ਜਿਹੜੇ ਬੰਦੇ ਬਹੁਤ ਦਾਰੂ ਪੀਂਦੇ ਉਹਨਾਂ ਦੇ ਲੀਵਰ ਦੇ ਵਿੱਚ ਇਹ ਬਿਮਾਰੀ ਆਣੀ ਹੀ ਆਣੀ ਹੈ, ਇਹਦੇ ਵਿੱਚ ਤੁਸੀਂ ਬਚ ਨਹੀਂ ਸਕਦੇ। ਇੱਕ ਹੁੰਦਾ ਨਾਨ ਅਲਕੋਹਲਿਕ ਫੈਟੀ ਲੀਵਰ ਡਿਜ਼ੀਜ਼, ਨਾਰਮਲ ਬੰਦਾ ਦਾਰੂ ਨਹੀਂ ਪੀਂਦਾ ਲੇਕਿਨ ਫਿਰ ਵੀ ਫੈਟੀ ਹੈ। ਹੁਣ ਉਹ 'ਚ ਕੀ ਫੈਟੀ ਹੈ? ਦੇਖੋ, ਲੀਵਰ ਦੇ ਵਿੱਚ 5-10% ਫੈਟ ਡਿਪੋਜ਼ਿਟ ਹੋ ਜਾਣਾ ਨਾਰਮਲ ਹੈ, ਲੀਵਰ ਉਹਨੂੰ ਸਹਾਰ ਸਕਦਾ ਹੈ ਕਿ ਇੰਨਾ ਕੁ ਜੇਕਰ ਫੈਟ ਕਿਸੇ ਵਜ੍ਹਾ ਕਰਕੇ ਡਿਜ਼ੋਲਵ ਹੋ ਵੀ ਗਿਆ ਜਾਂ ਐਡਜਸਟ ਰਹਿ ਗਿਆ ਉੱਥੇ ਜਮ੍ਹਾਂ, ਤਾਂ ਲੀਵਰ ਉਸ ਨੂੰ ਟੋਲਰੇਟ ਕਰਦਾ ਹੈ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਜਦੋਂ ਇੱਕ ਐਕਸੈਸ ਤੋਂ ਜ਼ਿਆਦਾ ਜਿਹੜਾ ਫੈਟ ਹੈ ਲੀਵਰ ਦੇ ਵਿੱਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ, ਲੀਵਰ ਦੇ ਸੈਲਸ ਦੇ ਉੱਪਰ ਫੈਟ ਜਮਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਕਹਿੰਦੇ ਆ ਜੀ ਫੈਟੀ ਲੀਵਰ। ਤਾਂ ਜਿੰਨਾ ਫੈਟ ਲੀਵਰ ਦੇ ਸੈਲਸ ਦੇ ਉੱਪਰ ਜੰਮੇਗਾ ਓਨਾ ਹੀ ਸਾਡੇ ਲੀਵਰ ਦੀ ਵਰਕਿੰਗ ਸਲੋ ਹੋ ਜਾਏਗੀ, ਠੀਕ ਹੈ। ਇਹਦੀਆਂ ਹੁਣ ਕੈਟਾਗਰੀਜ਼ ਦੇ ਵਿੱਚ ਅੱਗੇ ਕੀ ਹੈ? ਗ੍ਰੇਡ 1 ਹੈਗਾ। ਗ੍ਰੇਡ 1 ਦੇ ਵਿੱਚ ਬਹੁਤ ਜ਼ਿਆਦਾ ਖਰਾਬੀ ਨਹੀਂ ਹੁੰਦੀ, ਹਲਕੇ ਫੁਲਕੇ ਸੰਕੇਤ ਮਿਲਦੇ ਆ, ਅਲਟਰਾਸਾਊਂਡ ਕਰਾਉਂਦੇ ਆ, ਉੱਥੋਂ ਪਤਾ ਲੱਗਦਾ ਜੀ ਕਿ ਗ੍ਰੇਡ 1 ਫੈਟੀ ਲੀਵਰ ਹੈਗਾ। ਤੁਸੀਂ ਘਰੇ ਠੀਕ ਕਰ ਸਕਦੇ ਹੋ। ਅੱਛਾ, ਖਾਣ ਪੀਣ ਠੀਕ ਕਰ ਦਿਓ, ਫਰੂਟਸ ਜ਼ਿਆਦਾ ਵਧਾ ਦਿਓ, ਠੀਕ ਹੈ, ਔਰ ਆਪਣਾ ਫਰਾਈਡ ਬਿਲਕੁਲ ਬੰਦ ਕਰ ਦਿਓ, ਮਿੱਠਾ ਘਟਾ ਦਿਓ, ਤਾਂ ਤੁਹਾਡਾ ਜਿਹੜਾ ਫੈਟੀ ਲੀਵਰ ਹੈ ਉਹ ਰਿਕਵਰ ਹੋ ਜਾਂਦਾ ਹੈ। ਹੁਣ ਅਗਰ ਜਿਹੜਾ ਫੈਟ ਸ਼ੁਰੂ ਦੇ ਵਿੱਚ ਲੀਵਰ ਸੈਲਸ ਦੇ ਉੱਪਰ ਜੰਮਿਆ ਸੀ ਤਾਂ ਉਹਦੇ ਨੇ ਕੀ ਕੀਤਾ? ਫੈਟੀ ਲੀਵਰ ਪੈਦਾ ਕੀਤਾ। ਜਦੋਂ ਉਹ ਫੈਟ ਜਿਹੜਾ ਹੈਗਾ ਜ਼ਿਆਦਾ ਹਾਰਡ ਹੋ ਜਾਂਦਾ ਹੈ, ਜੰਮ ਕੇ ਅਲਟੀਮੇਟਲੀ ਜਦੋਂ ਤੁਸੀਂ ਇਹਨੂੰ ਨਹੀਂ ਹਿਲਾਓਗੇ ਤਾਂ ਉਹ ਹਾਰਡ ਹੁੰਦਾ ਜਾਏਗਾ। ਤਾਂ ਹਾਰਡ ਹੋਇਆ, ਦੈਟ ਮੀਨਸ ਨਾਓ ਇਟ ਇਜ਼ ਔਨ ਸੈਕਿੰਡ ਸਟੇਜ ਗ੍ਰੇਡ 2। ਤਾਂ ਫਿਰ ਲੀਵਰ ਦੇ ਸੈਲਸ ਨੂੰ ਹੋਰ ਉਹਨੇ ਪ੍ਰੈਸ ਕਰਤਾ, ਠੀਕ ਹੈ। ਤਾਂ ਪ੍ਰੈਸ ਕੀਤਾ ਤਾਂ ਲੀਵਰ ਦੀ ਵਰਕਿੰਗ ਹੋਰ ਜ਼ਿਆਦਾ ਸਲੋ ਹੋ ਗਈ, ਤੁਹਾਡੇ ਰਾਈਟ ਸਾਈਡ 'ਤੇ ਪੇਨ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਕਈ ਵਾਰ ਇਹ ਹੁੰਦਾ ਕਿ ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਕਦਮ ਅਨਕੰਫਰਟੇਬਲ ਫੀਲ ਕਰਦੇ ਹੋ, ਤੁਹਾਨੂੰ ਲੱਗਦਾ ਕਿ ਵੋਮਿਟ ਆਊਟ ਹੋ ਜੇ, ਉਲਟੀ ਕਰਦੇ ਆ, ਜਾਂ ਫਿਰ ਤੁਸੀਂ ਇੱਧਰ ਉੱਧਰ ਟੂ ਐਂਡ ਫਰੋ ਹੋਣ ਦੀ ਕੋਸ਼ਿਸ਼ ਕਰਦੇ ਵੀ ਮੈਂ ਠੀਕ ਹੋ ਜਾ। ਲੀਵਰ ਦੇ ਜੋ ਗ੍ਰੇਡ 2 ਆ ਜਾਂਦਾ ਹੈ, ਲੇਟ ਜਾਂਦੇ ਹੋ ਤਾਂ ਤੁਸੀਂ ਕਿਸੇ ਹੱਦ ਤੱਕ ਠੀਕ ਮਹਿਸੂਸ ਕਰਦੇ ਹੈਗੇ ਹੋ। ਵੈਸੇ ਵੀ ਮੈਨੂੰ ਤਾਂ ਇੱਕ ਗੱਲ ਯਾਦ ਆ ਗਈ ਲੀਵਰ ਵਾਸਤੇ ਅਤੇ ਕਿਡਨੀ ਵਾਸਤੇ। ਇੱਕ ਜਿਹੜੇ ਸਾਡੇ ਆਯੁਰਵੇਦ ਦੇ ਵਿੱਚ ਜਿਹੜੇ ਇਲਾਜ ਦੱਸੇ ਗਏ ਆ, ਉਹ ਇਲਾਜ ਕਿਸੇ ਨਾ ਕਿਸੇ ਨਾ ਜਿਵੇਂ ਲਕੋਕਤੀਆਂ ਬਣਾ ਕੇ, ਕੋਈ ਕਹਾਣੀ ਬਣਾ ਕੇ, ਜਾਂ ਕੋਈ ਕਵਿਤਾ ਦਾ ਰੂਪ ਬਣਾ ਕੇ ਇੱਦਾਂ ਵੀ ਦੱਸੇ ਗਏ ਆ, ਠੀਕ ਹੈ। ਤਾਂ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਖਾ ਕੇ ਮੂਤੇ ਲੇਟੇ ਬਾएं ਫਿਰ ਕਾਹੇ ਬੈਦ ਪੇ ਜਾएं। ਖਾਣਾ ਖਾਣ ਤੋਂ ਬਾਅਦ ਬਾਥਰੂਮ ਪਾਸ ਕਰੋ ਔਰ ਬਾਈਂ ਕਰਬਟ 15-20 ਮਿੰਟ ਲੇਟ ਜਾਓਗੇ ਤਾਂ ਤੁਹਾਡਾ ਖਾਣਾ ਡਾਈਜੈਸਟ ਹੋ ਜਾਏਗਾ, ਤੁਹਾਨੂੰ ਵੈਦ ਕੋਲੇ ਜਾਣ ਦੀ ਜ਼ਰੂਰਤ ਨਹੀਂ ਪਏਗੀ। ਇਹ ਹੈ। ਤਾਂ ਆਪਾਂ ਗ੍ਰੇਡ 2 ਦੀ ਗੱਲ ਕਰ ਰਹੇ ਸੀਗੇ। ਜਦੋਂ ਫੈਟ ਜ਼ਿਆਦਾ ਡਿਪੋਜ਼ਿਟ ਹੋ ਕੇ ਜ਼ਿਆਦਾ ਹਾਰਡ ਹੋ ਜਾਂਦਾ ਤਾਂ ਅਸੀਂ ਉਸ ਨੂੰ ਕਹਿੰਦੇ ਜੀ ਗ੍ਰੇਡ 2 ਫੈਟੀ ਲੀਵਰ ਹੋ ਗਿਆ। ਅਤੇ ਇਹਦੇ ਲਈ ਮੈਡੀਕੇਸ਼ਨ ਦੀ ਵੀ ਜ਼ਰੂਰਤ ਹੈ
ਔਰ ਡਾਈਟ ਜਿਹੜੀ ਹੈ ਉੱਥੇ ਬਹੁਤ ਜ਼ਿਆਦਾ ਸਟ੍ਰਿਕਟਨੈਸ ਚਾਹੀਦੀ ਹੈ। ਹੁਣ ਤੁਸੀਂ ਬਿਲਕੁਲ ਵੀ ਕੋਤਾਹੀ ਨਹੀਂ ਕਰ ਸਕਦੇ। ਕਿੰਨੀਆਂ ਸਟੇਜਾਂ ਜਿਹੜੀ ਹੁੰਦੀਆਂ ਇਹਦੀਆਂ ਲਾਸਟ ਤੱਕ? ਸਰ ਗ੍ਰੇਡ 1 ਗ੍ਰੇਡ 2 ਜਿਹੜਾ ਗ੍ਰੇਡ 2 ਫੈਟੀ ਲੀਵਰ ਹੋ ਗਿਆ। ਦੈਨ ਗ੍ਰੇਡ 3 ਦੇ ਵਿੱਚ ਕੀ ਹੁੰਦਾ, ਉਹ ਜਿਹੜੀਆਂ ਫੈਟ ਡਿਪੋਜ਼ਿਟ ਹੋਇਆ ਸੀ ਉਹ ਫਾਈਬਰਸ ਜਿਵੇਂ ਨਾ ਧਾਗੇ ਜਿਹੇ ਹੁੰਦੇ ਆ, ਉਹ ਹੋਰ ਜ਼ਿਆਦਾ ਸੋਲਿਡ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਆ ਫਾਈਬਰੋਸਿਸ। ਠੀਕ ਹੈ, ਤਾਂ ਉਹ ਕੀ ਹੋਇਆ, ਗ੍ਰੇਡ 3 ਆ ਗਿਆ। ਅਤੇ ਉਦੋਂ ਬਾਅਦ ਸਿਰੋਸਿਸ ਆਫ ਲੀਵਰ। ਅੱਛਾ। ਤਾਂ ਸਿਰੋਸਿਸ ਆਫ ਲੀਵਰ ਨੂੰ ਤਾਂ ਅਸੀਂ ਰਿਕਵਰੀ ਨਹੀਂ ਕਰ ਪਾਉਂਦੇ, ਉਦੋਂ ਤਾਂ ਫਿਰ ਜਾਂ ਤਾਂ ਟ੍ਰਾਂਸਪਲਾਂਟ ਹੋਏਗਾ ਜਾਂ ਫਿਰ ਪਰਮਾਤਮਾ ਨਾਲ ਦਰਸ਼ਨ ਹੋਣਗੇ। ਆਯੁਰਵੈਦਿਕ ਦੇ ਵਿੱਚ ਇਲਾਜ ਹੈ ਮੰਨ ਲਓ ਲਾਸਟ ਸਟੇਜ ਦਾ ਸਰ? ਸਰ ਦੇਖੋ ਆਯੁਰਵੇਦ ਇਲਾਜ ਹੈਗੇ ਹੈ, ਲੇਕਿਨ ਤੁਸੀਂ ਜਿਹੜੀ ਲਾਸਟ ਸਟੇਜ ਤੋਂ ਬੰਦੇ ਨੂੰ ਵਾਪਸ ਲੈ ਕੇ ਆਉਣਾ ਹੈ, ਇਹ ਇੰਨਾ ਜ਼ਿਆਦਾ ਆਸਾਨ ਨਹੀਂ ਹੈ। ਬਿਲਕੁਲ ਬਿਲਕੁਲ। ਹੈ ਨਾ, ਇਹ ਇੰਨਾ ਆਸਾਨ ਨਹੀਂ ਹੈ ਆਪਾਂ ਇਹਨੂੰ ਸਮਝੀਏ ਕਿ ਚਲੋ ਆਯੁਰਵੇਦ ਤਾਂ ਹੈਗਾ ਹੀ ਹੈ ਤਾਂ ਇਲਾਜ ਕਰ ਦੇਗਾ। ਨਹੀਂ, ਇਹ ਇੰਨਾ ਆਸਾਨ ਨਹੀਂ ਹੈ। ਸਿਰੋਸਿਸ ਆਫ ਲਿਵਰ ਜਿਹੜਾ ਹੈਗਾ ਜਦੋਂ ਚੌਥੀ ਸਟੇਜ ਤੇ ਪਹੁੰਚ ਜਾਂਦਾ ਹੈ ਤਾਂ ਇਸ ਤੇ ਮੇਨ ਜਿਹੜਾ ਹੁੰਦਾ ਟ੍ਰਾਂਸਪਲਾਂਟੇਸ਼ਨ ਹੀ ਹੁੰਦੀ ਹੈਗੀ ਹੈ। ਇੰਨੀ ਜਲਦੀ ਇਹ ਠੀਕ ਨਹੀਂ ਹੁੰਦਾ। ਫਸਟ ਸੈਕਿੰਡ ਥਰਡ ਤੇ ਕੈਪਚਰ ਕਰ ਲਈਏ ਤਾਂ ਜੀ 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 ਤੁਸੀਂ ਸਿਰੋਸਿਸ ਆਫ ਲਿਵਰ ਤੱਕ ਪਹੁੰਚ ਗਏ ਤਾਂ ਜੇ ਟ੍ਰਾਂਸਪਲਾਂਟ ਨਹੀਂ ਕਰਾਇਆ ਤਾਂ ਨੈਕਸਟ ਸਟੇਜ ਇਜ਼ ਦ ਲਾਸਟ ਸਟੇਜ ਵਿਚ ਇਜ਼ ਕੈਂਸਰ। ਓਕੇ। ਟੈਸਟ ਤਾਂ ਇਹਦੇ ਸਰ ਬਹੁਤ ਮਹਿੰਗੇ ਟੈਸਟ ਨੇ ਲੀਵਰਸ ਦੇ ਜਾਂ ਕਿਸ ਤਰ੍ਹਾਂ? ਸਰ ਨਹੀਂ, ਕੋਈ ਇੰਨੇ ਮਹਿੰਗੇ ਨਹੀਂ ਹੈ। ਦੇਖੋ ਅਲਟਰਾਸਾਊਂਡ ਦੇ ਵਿੱਚ ਹੀ ਪਤਾ ਲੱਗਣਾ ਫੈਟੀ ਲੀਵਰ ਦਾ। ਠੀਕ ਹੈ, ਠੀਕ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਐਡਵਾਂਸ ਟੈਕਨੀਕਸ ਆ ਗਈਆਂ, ਫਾਈਬਰੋ ਸਕੈਨ ਵੀ ਹੋ ਜਾਂਦਾ ਹੈ, CT ਸਕੈਨ ਵੀ ਹੋ ਜਾਂਦਾ ਹੈ। ਉਹ ਐਡਵਾਂਸ ਟੈਕਨੀਕਸ ਹੈਗੀਆਂ, ਲੋਕੀ ਕਰਾਉਂਦੇ ਆ। ਬਟ ਇਨੀਸ਼ੀਅਲ ਸਟੇਜ ਤੇ ਤੁਹਾਨੂੰ ਅਲਟਰਾਸਾਊਂਡ ਦੇ ਵਿੱਚ ਪਤਾ ਲੱਗ ਗਿਆ ਕਿ ਤੁਹਾਡਾ ਗ੍ਰੇਡ 1 ਗ੍ਰੇਡ 2 ਫੈਟੀ ਲੀਵਰ ਹੈਗਾ, ਤਾਂ ਉਸੇ ਟਾਈਮ 'ਤੇ ਵੀ ਆਪਾਂ ਟਰੀਟਮੈਂਟ ਲੈ ਸਕਦੇ ਹੈਗੇ ਹਾਂ, ਰਾਈਟ। ਅਤੇ ਨਾਲ ਦੀ ਨਾਲ ਬਲੱਡ ਟੈਸਟ ਦੇ ਵਿੱਚ LFT ਕਰਵਾ ਸਕਦੇ ਹਾਂ। LFT ਦੇ ਵਿੱਚ ਤੁਹਾਡਾ SGOT PT ਜਿਹੜੇ ਐਂਜ਼ਾਈਮ ਹੈਗੇ ਆ, ਅਗਰ ਉਹ ਵਧੇ ਹੋਏ ਆ ਤਾਂ ਉਹਨਾਂ ਦੇ ਘਟਾਉਣ ਦੀ ਵੀ ਤੁਹਾਨੂੰ ਜ਼ਰੂਰਤ ਹੈਗੀ, ਉਹਦੇ ਲਈ ਵੀ ਤੁਹਾਨੂੰ ਦਵਾਈ ਖਾਣੀ ਪਏਗੀ। ਬਟ ਇੱਕ ਚੀਜ਼ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਮੈਂ ਕਹਿੰਦਾ ਹੀ ਰਹਾਂਗਾ ਕਿ ਅਗਰ ਤੁਸੀਂ ਡਾਈਟ ਨੂੰ ਸਹੀ ਨਹੀਂ ਕੀਤਾ ਫਿਰ ਸਰ ਤੁਸੀਂ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਹੋ ਸਕਦੇ। ਭਾਵੇਂ ਟ੍ਰਾਂਸਪਲਾਂਟ ਕਰਾ ਲਓ, ਭਾਵੇਂ ਮਹਿੰਗੀ ਦਵਾਈ ਖਾ ਲਓ, ਅਤੇ ਭਾਵੇਂ ਸਸਤੀ ਦਵਾਈ ਖਾ ਲਓ। ਯਾਨੀ ਮੁੱਖ ਦੀ ਗੱਲ ਹੈ ਵੀ ਖਾਣ ਪੀਣ 'ਤੇ ਹੀ ਸਾਰਾ ਕੁਝ ਕੰਟਰੋਲ ਹੈ। ਜੀ ਸਰ, ਖਾਣ ਪੀਣ ਤੋਂ ਕੋਈ ਹੱਲ ਨਹੀਂ ਹੈ ਕਿ ਤੁਸੀਂ ਦੇਖੋ ਹੁਣ ਖਾਣ ਪੀਣ ਦੀ ਗੱਲ ਚੱਲ ਰਹੀ ਹੈ, ਥੋੜ੍ਹਾ ਇਹਨੂੰ ਹੋਰ ਐਲੈਬੋਰੇਟ ਕਰ ਲੈਂਦੇ ਹਾਂ। ਆਯੁਰਵੇਦ ਨੇ ਖਾਣ ਦੇ ਵਿੱਚ ਸਾਡੇ 6 ਰਸ ਦੱਸੇ ਆ, ਮਧੁਰ, ਅਮਲ, ਲਵਨ, ਕਟੂ, ਤਿਕਤ, ਕਸ਼ਾਏ। ਠੀਕ ਹੈ, ਤਾਂ ਜਦੋਂ ਅਸੀਂ ਨੋਰਮਲ ਇੱਕ ਹੈਗਾ ਇਨਸਾਨ ਜਿਹੜਾ ਹੈਲਦੀ ਹੈ ਤਾਂ ਉਹਨੇ ਖਾਣਾ ਖਾਣਾ ਹੈ, ਤਾਂ ਉਹਦੇ ਵਿੱਚ ਕਿਹਾ ਜਾਂਦਾ ਕਿ ਪਹਿਲਾਂ ਜਿਹੜਾ ਤੁਸੀਂ ਸ਼ੁਰੂ ਕਰੋ ਮਿੱਠੇ ਤੋਂ ਸ਼ੁਰੂ ਕਰੋ, ਮਧੁਰ ਰਸ ਤੋਂ, ਪ੍ਰੋਵਾਈਡਡ ਕਿ ਤੁਸੀਂ ਡਾਇਬਟਿਕ ਨਹੀਂ ਹੋ। ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਨੋਰਮਲ ਹੈਲਦੀ ਇਨਸਾਨ ਹੈ, ਤਾਂ ਮਧੁਰ ਰਸ ਤੋਂ ਸ਼ੁਰੂ ਕਰਕੇ ਕਸ਼ਾਏ ਰਸ 'ਤੇ ਖਤਮ ਕਰੋ। ਠੀਕ ਹੈ, ਕਸ਼ਾਏ ਰਸ ਕੀ ਹੈ, ਗੁੜ ਹੈਗਾ, ਪਾਪੜ ਹੈ, ਇਹ ਕਸ਼ਾਏ ਰਸ ਆਉਂਦੇ ਹੈਗੇ ਆ, ਅਤੇ ਇਹਦੇ ਨਾਲ ਤੁਹਾਡਾ ਖਾਣਾ ਈਜ਼ੀਲੀ ਡਾਈਜੈਸਟ ਹੋਏਗਾ। ਠੀਕ ਹੈ, ਹੁਣ ਲੀਵਰ ਦੇ ਫਰੈਂਡਲੀ ਮਧੁਰ ਰਸ ਕਿਉਂ ਕਹਿ ਰਹੇ ਹਾਂ, ਕਿਉਂਕਿ ਲੀਵਰ ਨੇ ਕਟੂ ਰਸ ਨੂੰ ਜਿਹੜਾ ਹੈਗਾ ਉਹ ਕਰਨਾ ਹੈ, ਡਾਈਜੈਸਟ ਕਰਨਾ ਹੈ। ਮਧੁਰ ਰਸ ਨੂੰ ਕਿਹਨੇ ਡਾਈਜੈਸਟ ਕਰਨਾ ਹੈ, ਇਨਸੂਲਿਨ ਨੇ। ਇਨਸੂਲਿਨ ਮਿਲੇਗੀ ਤੁਹਾਡੀ ਡਿਊਡੇਨਮ ਦੇ ਵਿੱਚ ਜਾ ਕੇ, ਜੋ ਕਿ ਸਟਮਕ ਤੋਂ ਅਗਲਾ ਪਾਰਟ ਹੈਗਾ। ਤਾਂ ਅਗਰ ਤੁਸੀਂ ਕਟੂ ਰਸ ਬਾਅਦ 'ਚ ਖਾ ਰਹੇ ਹੋ ਤਾਂ ਲੀਵਰ ਨੂੰ ਡਾਈਜੈਸਟ ਕਰਨਾ ਈਜ਼ੀ ਹੋ ਜਾਏਗਾ। ਨੰਬਰ 1 ਬਿਮਾਰੀ ਦੇ ਵਿੱਚ ਜੇ ਆ ਗਏ ਤੁਸੀਂ ਤਾਂ ਉੱਥੇ ਵੀ ਦਵਾਈ ਜਿਹੜੀ ਤੁਸੀਂ ਦੇਵਾਂਗੇ ਤੁਹਾਨੂੰ ਉਹ ਕਟੂ ਰਸ ਦੀ ਹੋਏਗੀ। ਜਿਹੜੀ ਕਟੂ ਮਤਲਬ ਕੌੜੀ ਦਵਾਈ ਹੋਏਗੀ। ਠੀਕ ਹੈ, ਜਿਹੜੀ ਵੀ ਦਵਾਈਆਂ ਜਿਵੇਂ ਕੁਟਕੀ ਹੈ, ਬਹੁਤ ਕੌੜੀ ਹੈ, ਦਾਰੂ ਹੁਰੇਦਰਾ ਹੈ, ਜਿੰਨੀਆਂ ਵੀ ਦਵਾਈਆਂ ਲੀਵਰ ਦੀਆਂ ਹੋਣਗੀਆਂ ਉਹ ਕੌੜੀਆਂ ਹੋਣਗੀਆਂ। ਠੀਕ ਹੈ, ਕਿਉਂਕਿ ਲੀਵਰ ਨੂੰ ਜਿਹੜਾ ਹੈਗਾ ਠੀਕ ਕਰਨ ਵਾਸਤੇ ਕੌੜੀ ਦਵਾਈ ਲੈਣੀ ਹੀ ਪੈਣੀ ਹੈ। ਰਾਈਟ ਸਰ, ਤਾਂ ਖਾਣ ਪੀਣ ਤਾਂ ਸਰ ਇੰਪੋਰਟੈਂਟ ਹੈ। ਬਿਲਕੁਲ ਉਹ ਤਾਂ ਹੈ। ਅੱਛਾ ਡਾਕਟਰ ਸਾਹਿਬ, ਮੰਨ ਲਓ ਪਹਿਲੀ ਦੂਜੀ ਤੀਜੀ ਸਟੇਜ ਦੇ ਵਿੱਚ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਲੀਵਰ ਦੀ ਪ੍ਰੋਬਲਮ ਹੈ, ਉਹ ਤੁਹਾਡੇ ਕੋਲ ਆ ਵੀ ਜਾਂਦਾ। ਤੁਹਾਡੇ ਕੋਲ ਆਉਣ ਤੋਂ ਬਾਅਦ ਉਹਦਾ ਤੁਸੀਂ ਕਿੰਨੇ ਕੁ ਟੈਸਟ ਕਰਵਾਉਂਦੇ ਹੋ, ਕਿਸ ਲੈਵਲ ਦੀ ਦਵਾਈ ਦਿੰਦੇ ਹੋ, ਯਾਨੀ ਕਿੰਨਾ ਕੁ ਅਪਰੋਕਸ ਖਰਚੇ ਦੀ ਮੈਂ ਗੱਲ ਕਰ ਰਿਹਾ। ਕਈ ਵਾਰ ਸਾਡੇ ਵੀਡੀਓ ਦਰਸ਼ਕ ਸੁਣ ਰਹੇ ਹੋਣਗੇ, ਕਈ ਵਾਰ ਖਰਚੇ ਦੇ ਡਰ ਤੋਂ ਹੀ ਅਗਲਾ ਡਰ ਜਾਂਦਾ, ਯਾਰ ਪਤਾ ਨਹੀਂ ਕਿੰਨੇ ਲੱਖ ਲੱਗ ਜਾਣਾ, ਕਿੰਨੇ ਹਜ਼ਾਰਾਂ ਲੱਗ ਜਾਣਾ। ਵੀ ਤੁਸੀਂ ਕਿੰਨੇ ਕੁ ਟੈਸਟ ਕਰਵਾਉਂਦੇ ਹੋ ਅਤੇ ਕਿੰਨੇ ਕੁ ਦੀ ਮੈਡੀਸਨ ਦਿੰਦੇ ਹੋ, ਅਤੇ ਬੰਦਾ ਜਿਹੜਾ ਪੇਸ਼ੈਂਟ ਹੈ ਨੋਰਮਲ ਹੋ ਜਾਂਦਾ ਪਹਿਲੀ ਦੂਜੀ ਸਟੇਜ ਤੋਂ? ਸਰ ਦੇਖੋ, ਜਿਹੜਾ ਟੈਸਟ ਹੈਗੇ ਆ ਉਹ ਮੇਨਲੀ ਅਲਟਰਾਸਾਊਂਡ ਹੈ ਜਿਹੜਾ ਫੈਟੀ ਲੀਵਰ ਦੱਸਦਾ। ਠੀਕ ਹੈ, LFT ਹੈਗੇ ਜੋ ਲੀਵਰ ਦੀ ਐਂਜ਼ਾਈਮਸ ਦੀ ਵਰਕਿੰਗ ਦੱਸਦੇ ਆ। ਇਹ ਕੋਈ ਬਹੁਤ ਮਹਿੰਗੇ ਟੈਸਟ ਨਹੀਂ ਹੈ। ਠੀਕ ਹੈ, ਅਲਟਰਾਸਾਊਂਡ ਤੁਹਾਨੂੰ ਸਭ ਨੂੰ ਪਤਾ ਹੈ, ਅਗਰ ਦੇਖੋਗੇ ਤਾਂ 1000-1 ਰੁਪਏ ਦੇ ਵਿੱਚ ਅਲਟਰਾਸਾਊਂਡ ਹੋ ਜਾਂਦਾ ਹੈ, ਬਾਕੀ 300-400 ਰੁਪਏ ਦੇ ਵਿੱਚ ਟੈਸਟ ਹੋ ਜਾਂਦੇ ਆ। ਸਿਟੀ ਟੂ ਸਿਟੀ ਜਿਹੜੇ ਹੈਗੇ ਵੇਰੀ ਕਰਦੇ ਆ ਰੇਟ। ਵੱਡੇ ਸ਼ਹਿਰਾਂ ਦੇ ਵਿੱਚ ਥੋੜ੍ਹੇ ਰੇਟ ਜ਼ਿਆਦਾ ਹੁੰਦੇ ਆ, ਛੋਟੇ ਸ਼ਹਿਰਾਂ ਥੋੜ੍ਹੇ ਰੇਟ ਘੱਟ ਹੁੰਦੇ ਹੈਗੇ ਆ। ਇਹ ਡਿਪੈਂਡ ਕਰਦਾ। ਚਲੋ ਇਹਨਾਂ ਬਾਰੇ ਇਹ ਤਾਂ ਮੇਰਾ ਕੰਟਰੋਲ ਹੈ ਵੀ ਨਹੀਂ ਹੈ। ਜਿਹੜੀ ਮੈਡੀਸਨ ਹੈਗੀ ਹੈ ਗ੍ਰੇਡ 1 ਗ੍ਰੇਡ 2 ਫੈਟੀ ਲੀਵਰ ਦੀ, ਉਹ ਕੋਈ ਬਹੁਤ ਮਹਿੰਗੀ ਨਹੀਂ ਹੈ। ਮਹੀਨੇ ਦੀ ਮੈਡੀਸਨ ਵੀ ਮੈਂ ਅਗਰ ਮੈਂ ਵੈਸੇ ਇੱਕ ਟੈਂਟੇਟਿਵ ਜਾਂ ਇੱਕ ਤੁਹਾਨੂੰ ਆਈਡੀਆ ਦੇਵਾਂ ਤਾਂ 2000-2200 ਰੁਪਏ ਦੇ ਵਿੱਚ ਬਸ ਇੰਨੇ 'ਚ ਕੰਪਲੀਟ ਹੋ ਜਾਂਦਾ ਹੈਗਾ। ਠੀਕ ਹੈ, ਪ੍ਰੋਵਾਈਡਡ ਕਿ ਉਹਨੂੰ ਸਿਰਫ ਫੈਟੀ ਲੀਵਰ ਆ। ਅਗਰ ਕੋਈ ਹੋਰ ਪ੍ਰੋਬਲਮ ਨਾਲ ਹੈਗੀ ਹੈ ਤਾਂ ਉਹ ਐਡ ਆਨ ਹੋ ਜਾਂਦੀ ਹੈ। ਲੇਕਿਨ ਜਿਹੜੀ ਡਾਈਟ ਹੈਗੀ ਹੈ
ਉਹ ਤੁਹਾਨੇ ਆਪ ਦੇਖਣੀ ਹੈਗੀ ਹੈ। ਉੱਥੇ ਤੁਹਾਨੂੰ ਖੁਦ ਆਪਣੀ ਵਿਲ ਪਾਵਰ ਦੇ ਉੱਪਰ, ਆਪਣੀ ਜ਼ੁਬਾਨ ਦੇ ਉੱਪਰ, ਜਾਂ ਕਹਿ ਲਓ ਜਾਂ ਟੇਸਟ ਦੇ ਉੱਪਰ ਲਗਾਮ ਲਗਾਉਣੀ ਪਏਗੀ। 5-6 ਮਹੀਨੇ ਤੁਹਾਨੂੰ ਸਾਦਾ ਵਾਲਾ ਜੀਵਨ ਜੀਣਾ ਪਏਗਾ ਵੀ ਅਸੀਂ ਬਸ ਖਾਣਾ ਹੈ ਤਾਂ ਸਿਰਫ ਘਰ ਦਾ ਖਾਣਾ ਖਾਣਾ ਹੈ, ਫਰੂਟ ਖਾਣੇ ਹੈ, ਸੈਲਡ ਖਾਣਾ ਹੈ, ਜਾਂ ਫਿਰ ਸਿੰਪਲ ਸਾਦਾ ਬੋਇਲਡ ਖਾਣਾ ਖਾਣਾ ਹੈ। ਜੇ ਅਗਰ ਤੁਸੀਂ ਇਹ ਕਰ ਲਿਆ ਤਾਂ ਯਕੀਨ ਕਰੋ, ਮੈਂ ਤੁਹਾਨੂੰ 2200 ਕਹਿ ਰਿਹਾ, ਇਹ ਵੀ ਲਾਉਣ ਦੀ ਲੋੜ ਨਹੀਂ ਪੈਣੀ, ਇੱਦਾਂ ਹੀ ਠੀਕ ਹੋ ਜਾਣਾ। ਓਕੇ ਡਾਕਟਰ ਸਾਹਿਬ, ਮੰਨ ਲਓ ਸਾਡੇ ਬਾਹਰਲੇ ਪੇਸ਼ੈਂਟ ਵੀ ਹੈਗੇ ਨੇ, ਇੱਥੇ ਨਹੀਂ ਆ ਸਕਦੇ, ਕੋਈ ਮੰਨ ਲਓ ਗੁਜਰਾਤ ਬੈਠਾ, ਤਮਿਲ ਬੈਠਾ, ਫੋਰਨ ਬੈਠਾ, ਅਮਰੀਕਾ, ਲੰਡਨ, ਜਿੱਥੇ ਮਰਜ਼ੀ। ਅੱਜ ਕੱਲ੍ਹ ਤਾਂ WhatsApp ਵੀਡੀਓ ਕਾਲ ਚੱਲ ਗਈ, ਕੀ ਤੁਸੀਂ ਵੀਡੀਓ ਕਾਲਸ 'ਤੇ ਜਾਂ ਫੋਨ 'ਤੇ ਗੱਲਬਾਤ ਕਰਕੇ ਉਹਨਾਂ ਦਾ ਇਲਾਜ ਕਰ ਸਕਦੇ ਹੋ? ਸਰ ਦੇਖੋ, ਫੋਨ 'ਤੇ ਇਲਾਜ ਬਹੁਤ ਔਖਾ ਹੁੰਦਾ, ਇਹ ਨਹੀਂ ਕਿ ਆਸਾਨ ਹੈ। ਠੀਕ ਹੈ, ਕਈ ਵਾਰ ਪੇਸ਼ੈਂਟ ਆਪਣੀਆਂ ਰਿਪੋਰਟਸ ਭੇਜ ਦਿੰਦੇ ਆ, ਡਾਇਗਨੋਸ ਡਾਕਟਰ ਨੇ ਕੀਤਾ ਹੁੰਦਾ ਕਿ ਜੀ ਫੈਟੀ ਲੀਵਰ ਹੈਗਾ, ਗ੍ਰੇਡ 1 ਹੈ, ਗ੍ਰੇਡ 2 ਹੈ, ਉਹਨਾਂ ਨੂੰ ਮੈਡੀਸਨ ਭੇਜ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪੇਸ਼ੈਂਟ ਰਿਕਵਰ ਹੋ ਜਾਂਦੇ ਹੈਗੇ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਔਰ ਮੈਡੀਸਨ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਭੇਜੀ ਜਾ ਸਕਦੀ ਹੈ, ਉਹਦੇ ਦੇ ਉੱਤੇ ਵੀ ਕੋਈ ਪ੍ਰੋਬਲਮ ਨਹੀਂ ਹੈ। ਸਿਰਫ ਫਰਕ ਇਹ ਹੈਗਾ, ਅਗਰ ਤੁਸੀਂ ਫੋਨ ਦੇ ਉੱਪਰ ਸੋਚੋ ਕਿ ਡਾਇਗਨੋਸ ਹੋ ਜਾਏਗਾ, ਕਿ ਤੁਸੀਂ ਫੋਨ ਦੇ ਉੱਪਰ ਸਿੰਪਟਮ ਦੱਸ ਰਹੇ ਹੋ, ਡਾਇਗਨੋਸ ਹੋ ਜਾਏਗਾ, ਤਾਂ ਉਹ ਚੈਲੰਜ ਜ਼ਰੂਰ ਹੁੰਦਾ ਹੈਗਾ। ਅਗਰ ਤੁਸੀਂ ਉੱਥੇ ਮੰਨ ਲਓ ਤੁਸੀਂ ਤਮਿਲ 'ਚ ਬੈਠੇ ਹੋ, ਮੰਨ ਲਓ ਤੁਸੀਂ ਕੈਨੇਡਾ 'ਚ ਬੈਠੇ ਹੋ, ਉੱਥੇ ਤੁਸੀਂ ਅਲਟਰਾਸਾਊਂਡ ਕਰਾਇਆ ਔਰ ਤੁਹਾਨੂੰ ਪਤਾ ਲੱਗਿਆ ਕਿ ਫੈਟੀ ਲੀਵਰ ਹੈਗਾ, ਤੇ ਉਹ ਰਿਪੋਰਟਸ ਤੁਹਾਨੂੰ ਸੈਂਡ ਕਰ ਦਿੱਤੀਆਂ ਜਾਂ ਮੈਨੂੰ ਫੋਨ 'ਤੇ ਦੱਸਿਆ ਵੀ ਜੀ ਮੇਰੇ ਕਨਕਲੂਜਨ ਜਿਹੜਾ ਹੈਗਾ ਗ੍ਰੇਡ 1 ਫੈਟੀ ਲੀਵਰ ਫਿਲਟਰੇਸ਼ਨ ਦਿਖਾ ਰਿਹਾ ਹੈਗਾ, ਦੈਨ ਉਹਦਾ ਇਲਾਜ ਤਾਂ ਸੰਭਵ ਹੈਗਾ ਸਰ। ਉਹ ਬੜੇ ਆਰਾਮ ਨਾਲ ਤੁਹਾਨੂੰ ਮੈਡੀਸਨ ਭੇਜੀ ਜਾ ਸਕਦੀ ਹੈ, ਡਾਈਟ ਸਮਝਾਈ ਜਾ ਸਕਦੀ ਹੈਗੀ ਹੈ, ਉਹ ਸਾਰਾ ਕੁਝ ਹੋ ਸਕਦਾ ਹੈਗਾ। ਫੋਲੋ ਉਹਨਾਂ ਨੇ ਕਰਨਾ ਜੀ, ਫੋਲੋ ਤੁਸੀਂ ਕਰਨਾ ਹੈ। ਹਾਂ, ਅਗਰ ਤੁਸੀਂ ਕਹੋ ਕਿ ਫੋਨ ਦੇ ਉੱਤੇ ਤੁਹਾਡੀ ਗੱਲ ਸੁਣ ਕੇ ਮੈਂ ਸਿੰਪਟੋਮੈਟਿਕ ਟਰੀਟਮੈਂਟ ਕਰ ਸਕਦਾ, ਇਹ ਨਹੀਂ ਕਿ ਟਰੀਟਮੈਂਟ ਨਹੀਂ ਹੁੰਦਾ, ਟਰੀਟਮੈਂਟ ਹੋ ਜਾਂਦਾ, ਸਿੰਪਟੋਮੈਟਿਕ ਹੋ ਜਾਂਦਾ ਹੈਗਾ। ਕਿਉਂਕਿ ਤੁਸੀਂ ਕਹਿ ਰਹੇ ਹੋ ਜੀ ਮੈਨੂੰ ਭੁੱਖ ਨਹੀਂ ਲੱਗ ਰਹੀ, ਮੈਨੂੰ ਵੋਮਿਟਿੰਗ ਆ ਰਹੀ ਹੈ, ਸਿੰਪਟਮ ਤਾਂ ਫੈਟੀ ਲੀਵਰ ਦੇ ਹੈ, ਮੇ ਵੀ ਕੁਝ ਹੋਰ ਰੀਜ਼ਨ ਹੋਵੇ, ਮੇ ਵੀ ਤੁਸੀਂ ਵਾਇਰਲ ਫੀਵਰ 'ਚ ਉੱਠੇ ਹੋ, ਬੁਖਾਰ 'ਚ ਉੱਠੇ ਹੈਗੇ ਹੋ, ਉਹਦੇ ਕਰਕੇ ਡਾਈਜੈਸ਼ਨ ਸਲੋ ਹੋਈ ਹੋਵੇ, ਹੈ ਨਾ, ਤਾਂ ਆਪਾਂ ਉਸ ਨੂੰ ਸਿੰਪਟੋਮੈਟਿਕ ਟਰੀਟਮੈਂਟ ਕਹਿੰਦੇ ਹੈਗੇ ਆ, ਉਹ ਹੋ ਜਾਂਦਾ ਹੈਗਾ। ਅਗਰ ਡਾਇਗਨੋਸ ਕੀਤਾ ਹੋਇਆ ਹੈਗਾ ਤਾਂ ਅਸੀਂ ਉਹਦੇ ਹਿਸਾਬ ਨਾਲ ਤੁਹਾਡਾ ਟਰੀਟਮੈਂਟ ਜਿਹੜਾ ਉਹ ਤੁਹਾਨੂੰ ਆਨਲਾਈਨ ਟਰੀਟਮੈਂਟ ਕੋਰੀਅਰ ਰਾਹੀਂ ਭੇਜ ਸਕਦੇ ਹੈਗੇ। ਦੋਸਤੋ, ਤੁਸੀਂ ਦੇਖਿਆ ਡਾਕਟਰ ਸਾਹਿਬ ਨਾਲ ਗੱਲਬਾਤ ਅਸੀਂ ਕੀਤੀ, ਲੀਵਰ ਦੇ ਪ੍ਰੋਬਲਮਸ ਇਹਨਾਂ ਕੋਲ ਜਾਣੀਆਂ, ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਡਾਕਟਰ ਸਾਹਿਬ ਬੈਠੇ ਨੇ ਪਟਿਆਲੇ ਦੇ ਵਿੱਚ, ਹੋਰ ਵੀ ਨਵੀਆਂ ਇਹਨਾਂ ਕੋਲ ਅਸੀਂ ਹਰ ਬਿਮਾਰੀ ਦੇ ਉੱਤੇ, ਹਰ ਟੌਪਿਕ ਦੇ ਉੱਤੇ ਹਰ ਕੋਸ਼ਿਸ਼ ਕਰਿਆ ਕਰਾਂਗੇ। 15-20 ਦਿਨ, ਮਹੀਨੇ ਬਾਅਦ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰਿਆ ਕਰੀਏ, ਤਾਂ ਜੋ ਨਵੀਂ ਤੋਂ ਨਵੀਂ ਬਿਮਾਰੀ, ਜੋ ਲੋਕ ਡਾਕਟਰਸ, ਮੈਂ ਇਹ ਨਹੀਂ ਕਹਿ ਰਿਹਾ ਡਾਕਟਰ ਲੁੱਟਦੇ ਆ, ਬਟ ਬਿਮਾਰੀਆਂ ਬਹੁਤ ਹੋ ਗਈਆਂ। ਖਾਣ ਪੀਣ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਖਾਣ ਪੀਣ ਦਾ ਹੀ ਇੱਕ ਮੇਨ ਹੈ, ਵੀ ਖਾਣ ਪੀਣ ਅਗਰ ਤੁਸੀਂ ਆਪਣਾ ਸੈੱਟ ਕਰ ਲਿਆ ਤੇ ਤੁਸੀਂ ਹਰ ਇੱਕ ਬਿਮਾਰੀ ਤੋਂ ਬਚ ਸਕਦੇ ਹੋ। ਅੱਜ ਤੋਂ ਅਗਰ 50 ਸਾਲ ਪਹਿਲਾਂ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਵਧੀਆ ਮਾਹੌਲ ਹੁੰਦਾ ਸੀਗਾ। ਫਾਸਟ ਫੂਡ ਦੇ ਨਾਮ ਦੀ ਤਾਂ ਲਾਈਨ ਹੀ ਨਹੀਂ ਹੁੰਦੀ ਸੀ, ਫਾਸਟ ਫੂਡ ਸੁਣਿਆ ਹੀ ਨਹੀਂ ਸੀ ਅਸੀਂ ਕਦੀ। ਹੁਣ ਹਰ ਜਗ੍ਹਾ ਟਿੱਕੀ, ਬਰਗਰ, ਗੋਲ ਗੱਪੇ, ਚਾਟ, ਭਟੂਰੇ, ਕਿੰਨਾ ਕੁਛ ਚੱਲ ਪਿਆ। ਤੁਸੀਂ ਆਪਣਾ ਜਿੰਨਾ ਡਾਕਟਰ ਸਾਹਿਬ ਨੇ ਦੱਸਿਆ, ਜਿਵੇਂ ਕਿ ਸੁਨੀਲ ਮੋਦਗਿਲ ਜੀ ਨਾਲ ਆਪਾਂ ਗੱਲ ਕੀਤੀ ਵੀ ਤੁਸੀਂ ਆਪਣਾ ਖਾਣ ਪੀਣ ਕੰਟਰੋਲ ਕਰ ਲਓ ਤਾਂ ਤੁਸੀਂ ਹਰ ਇੱਕ ਬਿਮਾਰੀ ਤੋਂ ਬਚ ਸਕਦੇ ਹੋ। ਅਸੀਂ ਵੀ ਕੋਸ਼ਿਸ਼ ਕਰਿਆ ਕਰਾਂਗੇ ਹਰ ਇੱਕ ਇੱਦੀ ਹਰ ਇੱਕ ਸਮੱਸਿਆ ਦੇ ਉੱਤੇ ਸਾਨੂੰ ਵੱਧ ਤੋਂ ਵੱਧ ਕੁਐਸਚਨ ਭੇਜੋ ਵੀ ਡਾਕਟਰ ਸਾਹਿਬ ਨੂੰ ਕੀ ਪੁੱਛੀਏ, ਉਸੇ ਲੈਵਲ 'ਤੇ ਕੁਐਸਚਨ ਡਾਕਟਰ ਸਾਹਿਬ ਨਾਲ ਪੁੱਛਿਆ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਅਤੇ ਇੱਦੀ ਬੱਚਿਆਂ ਦੇ ਆਸ਼ੀਰਵਾਦ ਬਣਾਏ ਰੱਖਣਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਅਤੇ ਮੈਂ ਵੀ ਚਾਹਾਂਗਾ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ, ਅਤੇ ਕੋਈ ਚੀਜ਼ ਤੁਸੀਂ ਮੈਥੋਂ ਪੁੱਛਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ, ਨੰਬਰ ਚੱਲ ਰਹੇ ਆ ਨੀਚੇ ਡਾਕਟਰ ਸਾਹਿਬ ਦੇ, ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਡਾਇਰੈਕਟ ਸੁਨੀਲ ਮੋਦਗਿਲ ਜੀ ਹੀ ਕਾਲ ਚੱਕਦੇ ਨੇ। ਹਾਂ, ਇਹਨੂੰ ਤੁਸੀਂ ਮੇਰੀ ਖਾਸੀਅਤ ਵੀ ਕਹਿ ਸਕਦੇ ਹੋ। ਅਤੇ ਮੈਂ ਕਦੇ ਵੀ ਫੋਨ ਕਿਸੇ ਨੂੰ ਨਹੀਂ ਦਿੰਦਾ, ਬਿਕੋਜ਼ ਹੁੰਦਾ ਕੀ ਹੈ ਕਿ ਕਈ ਵਾਰ ਤੁਸੀਂ ਫੋਨ ਕਰਦੇ ਹੋ ਇੱਕ ਬੜੀ ਆਸ ਜਗਾ ਕੇ, ਅਤੇ ਅੱਗੇ ਜਾ ਕੇ ਫੋਨ ਕੋਈ ਹੋਰ ਬੰਦਾ ਚੱਕ ਕੇ ਤੁਹਾਨੂੰ ਪ੍ਰੋਪਰ ਜਵਾਬ ਨਹੀਂ ਦੇ ਪਾਉਂਦਾ, ਤਾਂ ਉਹ ਅੱਛਾ ਨਹੀਂ ਲੱਗਦਾ। ਅਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਰਿਸਪੈਕਟ ਜੀ ਘੱਟ ਜਾਂਦੀ ਹੈ ਯਾਰ, ਕਿ ਬੰਦੇ YouTube 'ਤੇ ਮੈਸੇਜ ਤਾਂ ਛੱਡ ਦਿੰਦੇ ਆ ਲੇਕਿਨ ਫੋਨ ਅਟੈਂਡ ਨਹੀਂ ਕਰਦੇ। ਤੁਹਾਡਾ ਫੋਨ ਹਮੇਸ਼ਾ ਮੈਂ ਹੀ ਅਟੈਂਡ ਕਰਦਾ ਜਦੋਂ ਵੀ ਤੁਸੀਂ ਕਾਲ ਕਰਦੇ ਹੈਗੇ ਹੋ। ਨਾਲ ਥੋੜ੍ਹੀਆਂ ਚੀਜ਼ਾਂ ਮੈਂ ਸੁਨੀਲ ਜੀ ਇਹ ਵੀ ਦੱਸਣਾ ਚਾਹਾਂਗਾ ਕਿ ਅਗਰ ਤੁਸੀਂ ਜਿਵੇਂ ਇੰਡੀਆ ਦੇ ਵਿੱਚ ਹੈਗੇ ਹੋ ਤਾਂ ਛੋਟੇ ਟਰੀਟਮੈਂਟ ਤੁਸੀਂ ਘਰੇ ਵੀ ਕਰ ਸਕਦੇ ਹੈਗੇ ਹੋ, ਤਾਂ ਉਹਦੇ ਨਾਲ ਵੀ ਤੁਸੀਂ ਠੀਕ ਹੋ ਸਕਦੇ ਹੈਗੇ ਹੋ। ਤਾਂ ਮੈਂ ਤੁਹਾਡੇ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਨੂੰ ਕਨਕਲੂਡ ਕਰੀਏ, ਇੱਕ ਹਲਕੇ ਜਿਹੇ 2-3 ਨੁਸਖੇ ਤੁਹਾਨੂੰ ਦੱਸਦਾ, ਉਹਨੂੰ ਤੁਸੀਂ ਨੋਟ ਕਰ ਲਓ, ਤੁਹਾਡੇ ਲਈ ਬੜੇ ਹੈਲਪ ਕਰਨਗੇ। ਇੱਕ ਦਰੱਬਿਆ ਹੁੰਦਾ ਕੁਟਕੀ, ਥੋੜ੍ਹਾ ਮਹਿੰਗਾ ਹੁੰਦਾ ਦਰੱਬਿਆ, ਮਤਲਬ ਕੁਟਕੀ ਨਾਮ ਦਾ ਇੱਕ ਪਲਾਂਟ ਹੁੰਦਾ ਹੈਗਾ, ਅਤੇ ਉਹ ਤੁਹਾਨੂੰ ਪੰਸਾਰੀਆਂ ਕੋਲੋਂ ਮਿਲ ਜਾਂਦਾ। ਤੁਸੀਂ ਕੁਟਕੀ 25-30 ਗ੍ਰਾਮ, 50 ਗ੍ਰਾਮ ਜਾਂ ਘੱਟ ਮਾਤਰਾ ਤੁਸੀਂ ਕੁਟਕੀ ਲੈ ਆਓ, ਔਰ ਕੁਟਕੀ ਦਾ ਬਹੁਤ ਹੀ ਆਸਾਨ ਹੈ, ਉਹਨੂੰ ਪਾਊਡਰ ਬਣਾ ਲਓ। ਕੌੜੀ ਬਹੁਤ ਹੁੰਦੀ ਹੈਗੀ ਹੈ, ਇਹ ਯਾਦ ਰੱਖਿਓ। ਲੈਣ ਲੱਗੇ ਪਾਣੀ ਦਾ ਗਲਾਸ ਆਪਣੇ ਕੋਲ ਰੱਖੋ ਅਤੇ ਨਾਲ ਦੀ ਨਾਲ ਪਾਣੀ ਪੀ ਲਿਓ। ਕੌੜੀ ਹੁੰਦੀ ਹੈ ਕਿਉਂਕਿ ਨਾਮ ਹੀ ਕੁਟਕੀ ਹੈ, ਕੌੜੀ ਹੈ। ਇੱਕ ਕੁਟਕੀ ਦੀ ਇੱਕ ਚੁਟਕੀ ਇਲਾਜ, ਕੁਟਕੀ ਦੀ ਇੱਕ ਚੁਟਕੀ ਸਵੇਰੇ ਅਤੇ ਇੱਕ ਚੁਟਕੀ ਸ਼ਾਮ ਨੂੰ ਪਾਣੀ ਦੇ ਨਾਲ ਲੈਣੀ ਸ਼ੁਰੂ ਕਰ ਦਿਓ। ਤੁਸੀਂ ਦੇਖੋਗੇ ਕਿ ਮੇਰਾ 3-4 ਮਹੀਨਿਆਂ ਦੇ ਵਿੱਚ ਲੀਵਰ ਜਿਹੜੀ ਫੰਕਸ਼ਨਿੰਗ ਪ੍ਰੋਪਰ ਆ ਗਈ ਹੈ, ਰਾਈਟ।
ਸਿੰਪਲ ਇਲਾਜ ਹੈ। ਜਿੰਨੀਆਂ ਸਾਡੀਆਂ ਦਵਾਈਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਕੁਟਕੀ ਮੇਨ ਇਨਗਰੀਡੀਐਂਟ ਹੈਗਾ। ਤੇ ਕੁਟਕੀ ਦੀ ਇੱਕ ਚੁਟਕੀ, ਇਹ ਮੈਂ ਅਕਸਰ ਪੇਸ਼ੈਂਟ ਨੂੰ ਕਹਿਣਾ ਕਿ ਕੁਟਕੀ ਦੀ ਇੱਕ ਚੁਟਕੀ ਸਵੇਰੇ ਤੇ ਇੱਕ ਚੁਟਕੀ ਸ਼ਾਮ ਨੂੰ ਤੁਸੀਂ ਲੀਵਰ ਆਪਣਾ ਠੀਕ ਕਰ ਲਿਆ। ਠੀਕ ਹੈ, ਬਹੁਤ ਆਸਾਨ ਹੈਗਾ, ਬਹੁਤ ਹੀ ਵਧੀਆ ਇਹ ਮੈਡੀਸਨ ਹੈਗੀ ਹੈ, ਇਹਨੂੰ ਤੁਸੀਂ ਲੈ ਸਕਦੇ ਹੈਗੇ ਹੋ। ਇੱਕ ਨੁਸਖਾ ਡਾਕਟਰ ਸਾਹਿਬ, ਜਿੱਦਾਂ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ, ਗੈਸ ਬਾਰੇ ਇੱਕ ਨੁਸਖਾ ਵੀ ਦੱਸ ਦਿਓ ਫ੍ਰੀ ਵਿੱਚ। ਸਰ ਗੈਸ ਬਾਰੇ ਜਿਹੜਾ ਨੁਸਖਾ ਹੁੰਦਾ ਹੈ ਕਿ ਗੈਸ ਬਣਦੀ ਕਿਉਂ ਹੈ। ਗੈਸ ਬਣਦੀ ਹੈਗੀ ਹੈ ਕਿ ਸਾਡੇ ਖਾਣਾ ਡਾਈਜੈਸਟ ਨਹੀਂ ਹੋਇਆ ਅਤੇ ਉਹਦੇ ਕਰਕੇ ਤੁਹਾਡਾ ਜਿਹੜਾ ਖਾਣਾ ਕੀ ਕਰ ਰਿਹਾ, ਗੈਸ ਪੈਦਾ ਕਰ ਰਿਹਾ। ਉਹਦੇ ਲਈ ਇੱਕ ਤਾਂ ਤੁਸੀਂ ਆਪਣੀ ਜਿਹੜੀ ਖਾਣਾ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਹਿੰਗ ਦਾ ਪ੍ਰਯੋਗ ਕਰੋ। ਹਿੰਗ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਅਕਸਰ ਅਸੀਂ ਬੱਚੇ ਵੀ ਸਾਡੇ ਅੱਜ ਕੱਲ੍ਹ ਨਾ ਉਹਦੀ ਸਮੈਲ ਤੋਂ ਜਾਂ ਕਿਸੇ ਉਸ ਵਜ੍ਹਾ ਕਰਕੇ ਹਿੰਗ ਨੂੰ ਪਾਣਾ ਮਸਾਲਿਆਂ ਦੇ ਵਿੱਚ ਪਸੰਦ ਨਹੀਂ ਕਰਦੇ, ਲੇਕਿਨ ਹਿੰਗ ਅਗਰ ਤੁਸੀਂ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਗੈਸ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਂਦੀ ਹੈ। ਹੁਣ ਹਿੰਗ ਦਾ ਇੱਕ ਹੋਰ ਯੋਗ ਤੁਹਾਨੂੰ ਦੱਸ ਦੇਣਾ, ਛੋਟੇ ਬੱਚਿਆਂ ਵਾਸਤੇ। ਕਈ ਵਾਰ ਛੋਟੇ ਬੱਚਿਆਂ ਨੂੰ ਵੀ ਗੈਸ ਤੰਗ ਕਰਦੀ ਹੈ। ਠੀਕ ਹੈ, ਛੋਟੇ ਦੇਖੋ ਅੱਗੇ ਕੀ ਹੁੰਦਾ ਸੀ, ਜਦੋਂ ਬੱਚਾ ਪੈਦਾ ਹੁੰਦਾ ਸੀ ਤਾਂ ਜਿਹੜੀ ਘਰ ਦੇ ਬਜ਼ੁਰਗ ਔਰਤ ਹੁੰਦੀ ਸੀ, ਉਸ ਲੇਡੀ ਦੀ ਮਾਂ ਜਾਂ ਸੱਸ, ਤਾਂ ਉਹ ਜਿਹੜਾ ਖਾਣਾ ਜਿਹਨੇ ਬੱਚਾ ਜਨਮ ਦਿੱਤਾ ਉਸ ਮਾਂ ਨੂੰ ਸਪੈਸ਼ਲ ਖਾਣਾ ਦਿੱਤਾ ਜਾਂਦਾ ਸੀ। ਉਹਦੇ ਵਿੱਚ ਕੋਈ ਛੋਲਿਆਂ ਦੀ ਦਾਲ ਜਾਂ ਕੋਈ ਇੱਦਾਂ ਦਾ ਮਾਹਾਂ ਦੀ ਦਾਲ ਇਹ ਨਹੀਂ ਦਿੱਤਾ ਜਾਂਦਾ ਸੀ, ਕਿਉਂਕਿ ਉਹਨੇ ਗੈਸ ਬਣਾਉਣੀ ਹੈ। ਠੀਕ ਹੈ ਜੀ, ਉਹ ਗੈਸ ਮਾਂ ਦੇ ਪੇਟ 'ਚ ਬਣੀ, ਦੁੱਧ ਪੀਏਗਾ ਬੱਚਾ ਤਾਂ ਬੱਚੇ ਦੇ ਪੇਟ 'ਚ ਵੀ ਗੈਸ ਬਣੇਗੀ। ਤਾਂ ਕਈ ਵਾਰ ਬੱਚਿਆਂ ਦੇ ਪੇਟ 'ਚ ਗੈਸ ਬਣ ਜਾਂਦੀ ਹੈ, ਛੋਟੇ ਬੱਚਿਆਂ ਦੇ ਜਿਨ੍ਹਾਂ ਨੂੰ ਦਵਾਈ ਦੇਣੀ ਮੁਸ਼ਕਿਲ ਹੁੰਦੀ ਹੈ। ਤਾਂ ਉਹਦੇ ਲਈ ਸਾਡੇ ਬਜ਼ੁਰਗ ਔਰਤਾਂ ਨੂੰ ਇਹ ਨੁਸਖਾ ਬੜੇ ਆਰਾਮ ਨਾਲ ਪਤਾ ਹੈ। ਮੈਨੂੰ ਇਸ ਗੱਲ ਦਾ ਉਹ ਕਹਿਣਗੇ ਵੀ ਯਾਰ ਤਾਂ ਸਾਨੂੰ ਪਤਾ ਸੀ, ਕੀ ਦੱਸਿਆ ਡਾਕਟਰ ਸਾਹਿਬ ਨੇ। ਬਟ ਨੌਜਵਾਨ ਪੀੜ੍ਹੀ ਵਾਸਤੇ ਸ਼ਾਇਦ ਇਹ ਨਵਾਂ ਹੋਵੇ ਜਾਂ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ। ਹਿੰਗ ਨੂੰ ਪਾਣੀ 'ਚ ਘੋਲ ਲਓ, ਥੋੜ੍ਹੀ ਜਿਹੀ ਹਿੰਗ ਨੂੰ ਚਮਚਾ ਕੁ ਪਾਣੀ 'ਚ ਘੋਲ ਲਓ ਅਤੇ ਬੱਚੇ ਦੀ ਜਿਹੜੀ ਧੁੰਨੀ ਹੈ, ਅੰਬਲਾਈਕਲ ਹੈ, ਉਹਦੇ ਆਲੇ ਦੁਆਲੇ ਉਹਦੀ ਇੱਕ ਘੇਰਾ ਜਾਂ ਉਂਗਲ ਦੇ ਨਾਲ ਉਹਦੀ ਕੀ ਕਰ ਦਿਓ, ਲਾਈਨ ਜੀ ਬਣਾ ਦਿਓ। ਅੱਛਾ ਜੀ, ਠੀਕ ਹੈ, 5-7 ਮਿੰਟਾਂ 'ਚ ਉਹਦੀ ਹਵਾ ਗੈਸ ਜਿਹੜੀ ਹੈ ਖਾਰਜ ਹੋ ਜਾਏਗੀ, ਬੱਚਾ ਰਿਲੈਕਸ ਹੋ ਜਾਏਗਾ। ਹਿੰਗ ਦਾ ਇੰਨਾ ਇੰਪੋਰਟੈਂਟ ਹੋਰ ਵੀ ਡਾਕਟਰ ਸਾਹਿਬ ਬੰਨ ਵੀ ਦਿੰਦੇ ਹੁੰਦੇ ਆ ਗੁੱਟ ਦੇ ਉੱਤੇ ਜੀ, ਉਹ ਸਾਰਾ ਇਸੇ ਕਰਕੇ ਹੁੰਦਾ ਹੈਗਾ। ਠੀਕ ਹੈ, ਤਾਂ ਮਤਲਬ ਬੱਚਿਆਂ ਵਾਸਤੇ ਸੀਗਾ। ਵੱਡਿਆਂ ਵਾਸਤੇ ਜਿਹੜਾ ਗੈਸ ਹੈਗਾ ਉਹ ਤੁਸੀਂ ਸੌਂਫ ਚੱਬ ਸਕਦੇ ਹੈਗੇ ਹੋ। ਅਜਵਾਇਨ, ਨਮਕ ਦੇ ਵਿੱਚ ਥੋੜ੍ਹੀ ਜਿਹੀ ਅਜਵਾਇਨ ਪਾ ਕੇ ਉਹਦੀ ਫੱਕੀ ਮਾਰੋਗੇ, ਉਹਦੇ ਨਾਲ ਵੀ ਗੈਸ ਜਿਹੜੀ ਹੈਗੀ ਰਿਲੀਜ਼ ਹੋ ਜਾਏਗੀ। ਇੱਕ ਗੋਲੀ ਆਉਂਦੀ ਹੈ ਜਿਹਦਾ ਨਾਮ ਹੈ ਚਿਤਰਾਕਾਦੀ ਬਟੀ। ਚਿਤਰਕਾਦੀ ਬਟੀ ਇਹ ਤੁਸੀਂ ਆਪਣੇ ਕਾਰ ਦੇ ਵਿੱਚ ਆਪਣੇ ਘਰੇ ਲਿਜਾ ਕੇ ਰੱਖ ਲਗੋ। 60 ਜਾਂ 70 ਰੁਪਏ ਦੀਆਂ 60 ਗੋਲੀਆਂ ਮਿਲਣਗੀਆਂ। ਰੋਟੀ ਖਾਣ ਤੋਂ ਬਾਅਦ ਇਹਨੂੰ ਚੂਸ ਲਓ, ਕਦੇ ਗੈਸ ਹੀ ਨਹੀਂ ਬਣੇਗੀ। ਅੱਛਾ ਜੀ, ਕੀ ਨੋਰਮਲ ਚਿਤਰਕ ਐਸਾ ਦਰੱਬਿਆ ਹੈਗਾ। ਦੇਖੋ ਆਯੁਰਵੇਦ ਦੇ ਵਿੱਚ ਨਾ ਜਿਹੜੇ ਦਰੱਬੇ ਹੁੰਦੇ ਨੇ, ਜਿਹੜੇ ਇਨਗਰੀਡੀਐਂਟ ਹੁੰਦੇ ਨੇ, ਉਹਨਾਂ ਨੂੰ ਕੀ ਦੱਸਿਆ ਜਾਂਦਾ, ਇੱਕ ਹੁੰਦਾ ਦੀਪਨੀਏ। ਦੀਪਨੀਏ ਉਹ ਦਰੱਬੇ ਹੁੰਦੇ ਨੇ ਜਿਹੜੇ ਭੁੱਖ ਲਗਾਉਂਦੇ ਆ। ਇੱਕ ਹੁੰਦੇ ਪਾਚਨੀਏ ਜਿਹੜੇ ਪਾਚਨ ਕਰਵਾਉਂਦੇ ਆ। ਠੀਕ ਹੈ, ਹੁਣ ਦੀਪਨੀਏ ਦਰੱਬੇ ਕਿਹੜੇ ਹੈਗੇ ਆ, ਜਿਵੇਂ ਚਿਤਰਕ ਹੈਗਾ ਉਹ ਦੀਪਨੀਏ ਵੀ ਹੈ ਅਤੇ ਉਹ ਪਾਚਨੀਏ ਵੀ ਹੈ, ਮਤਲਬ ਭੁੱਖ ਵੀ ਲਗਾਏਗਾ ਅਤੇ ਪਾਚਨ ਵੀ ਕਰਾਏਗਾ। ਸੌਂਫ ਹੈ, ਸੌਂਫ ਪਾਚਨੀਏ ਹੈ, ਸੌਂਫ ਪਾਚਨ ਕਰਾਏਗਾ। ਜੇ ਤੁਸੀਂ ਕਹੋ ਕਿ ਰੋਟੀ ਤੋਂ ਪਹਿਲਾਂ ਸੌਂਫ ਚੱਬ ਲਈ ਅਤੇ ਮੈਨੂੰ ਭੁੱਖ ਲੱਗੇਗੀ, ਨਹੀਂ, ਕਿਉਂਕਿ ਉਹਨੇ ਤਾਂ ਪਾਚਨ ਕਰਾਉਣਾ ਹੈ, ਉਹਨੇ ਦੀਪਨ ਨਹੀਂ ਕਰਨਾ। ਠੀਕ ਹੈ, ਤਾਂ ਚਿਤਰਕਾਦੀ ਬੱਟੀ ਤੁਸੀਂ ਚੂਸਣੀ ਸ਼ੁਰੂ ਕਰੋਗੇ ਤਾਂ ਗੈਸ ਦੀ ਸਮੱਸਿਆ ਜਿਹੜੀ ਹੈ ਉਹ ਨੋਰਮਲ ਹੋ ਜਾਏਗੀ। ਖਾਣੇ 'ਚ ਹਿੰਗ ਦਾ ਪ੍ਰਯੋਗ ਕਰੋਗੇ, ਗੈਸ ਦੀ ਸਮੱਸਿਆ ਨੋਰਮਲ ਹੋ ਜਾਏਗੀ। ਔਰ ਦੂਸਰਾ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਖਾ ਕੇ ਮੂਤੇ ਲੇਟੇ ਬਾएं ਫਿਰ ਕਾਹੇ ਵੈਦ ਪੇ ਜਾएं, ਕਿਉਂਕਿ ਜੇ ਖਾਣਾ ਡਾਈਜੈਸਟ ਹੋ ਗਿਆ ਤਾਂ ਫਿਰ ਸਰ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ। ਠੀਕ ਹੈ, ਲਾਸਟ ਇੱਕ ਹੋਰ ਜਿਹੜੀ ਚੀਜ਼ ਰਹਿ ਗਈ ਹੈ ਉਹ ਬਹੁਤ ਇੰਪੋਰਟੈਂਟ ਹੈ। ਫੈਟੀ ਲੀਵਰ ਤੋਂ ਅਗਰ ਬਚਣਾ ਹੈ ਤਾਂ ਵਾਕ ਬਹੁਤ ਜ਼ਰੂਰੀ ਹੈ, ਐਕਸਰਸਾਈਜ਼ ਜ਼ਰੂਰੀ ਹੈ। ਅੱਧਾ ਪੌਣਾ ਘੰਟਾ ਸੈਰ ਕਰ ਲਓ, ਤੁਹਾਡੀ ਜਿਹੜੀ ਹੈਗੀ ਹੈ ਫੈਟੀ ਲੀਵਰ ਦੀ ਸਮੱਸਿਆ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਜਲਦੀ। ਦਰਸ਼ਕ ਧਿਆਨ ਦੇਣ। ਠੀਕ ਹੈ, ਇਹ ਬੜਾ ਸਿੰਪਲ ਜਿਹੀਆਂ ਗੱਲਾਂ ਹੈਗੀਆਂ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਜੀ ਡਾਕਟਰ ਕੋਲੇ ਗਏ ਸੀ, ਬਹੁਤ ਵੱਡੇ ਡਾਕਟਰ ਨੇ ਟੈਸਟ ਕਰਵਾਏ, 5-6 ਹਜ਼ਾਰ ਤਾਂ ਮੇਰਾ ਫਾਈਬਰੋ ਸਕੈਨ 'ਤੇ ਲੱਗ ਗਿਆ, ਅਲਟਰਾਸਾਊਂਡ ਤੇ ਲੱਗ ਗਿਆ। ਫਿਰ ਉਹਨੇ ਕਿਹਾ ਨਹੀਂ CT ਸਕੈਨ ਵੀ ਕਰੋ, ਇਹ ਵੀ ਕਰੋ। ਅਸੀਂ 10 ਹਜ਼ਾਰ ਤਾਂ ਟੈਸਟਾਂ 'ਤੇ ਲਗਾਤਾ ਜੀ। ਫਿਰ ਅਸੀਂ ਦਵਾਈ ਲਈ 10-15 ਹਜ਼ਾਰ ਰੁਪਏ ਦੀ, ਅਤੇ ਫਿਰ ਅਸੀਂ ਸੋਚਦੇ ਹਾਂ ਜੀ ਹੁਣ ਮੈਂ ਠੀਕ ਹੋ ਜਾਵਾਂਗਾ। ਸਰ ਕਦੇ ਵੀ ਨਹੀਂ। ਜਦ ਤੱਕ ਤੁਸੀਂ ਬੇਸਿਕ ਗੱਲਾਂ 'ਤੇ ਧਿਆਨ ਨਹੀਂ ਦਿੰਦੇ, ਜਦ ਤੱਕ ਤੁਸੀਂ ਆਪਣਾ ਖਾਣ ਪਾਣ ਠੀਕ ਨਹੀਂ ਕਰਦੇ, ਜਦ ਤੱਕ ਤੁਸੀਂ ਆਪਣਾ ਐਕਸਰਸਾਈਜ਼ ਨਹੀਂ ਕਰਦੇ, ਤਦ ਤੱਕ ਤੁਸੀਂ ਠੀਕ ਨਹੀਂ ਹੋ ਸਕਦੇ। ਠੀਕ ਹੈ, ਅਕਸਰ ਅਸੀਂ ਕਹਿੰਦੇ ਜੀ ਇਹ ਵੀ ਬੰਦਾ ਪੂਰੀਆਂ ਖਾਂਦਾ ਅਤੇ ਇਹ ਵੀ ਪੂਰੀਆਂ ਖਾਂਦਾ, ਇੱਕ ਨੂੰ ਆਪਣਾ ਫੈਟੀ ਲੀਵਰ ਆਇਆ, ਇੱਕ ਨੂੰ ਨਹੀਂ ਆਇਆ। ਕਾਰਨ ਕੀ ਹੈ, ਉਹ ਬੰਦਾ ਘਰ ਦੀਆਂ ਪੂਰੀਆਂ ਖਾ ਰਿਹਾ। ਮੈਂ ਬਾਰ-ਬਾਰ ਖਾਣ ਪੀਣ 'ਤੇ ਕਿਉਂ ਆ ਰਿਹਾ, ਕਿਉਂਕਿ ਇਹ ਬਿਮਾਰੀ ਹੀ ਤੁਹਾਡੇ ਖਾਣ ਪੀਣ ਦੀ ਹੈ। ਅਗਰ ਤੁਸੀਂ ਇਹਦੇ ਉੱਤੇ ਕੰਟਰੋਲ ਨਹੀਂ ਕੀਤਾ, ਦੇਖੋ ਬਾਜ਼ਾਰ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਘੀ ਹੈਗਾ ਉਹ ਇੰਨਾ ਜ਼ਿਆਦਾ ਤਲਿਆ ਜਾਂਦਾ ਕਿ ਉਹ ਇੰਨਾ ਹੈਵੀ ਹੋ ਜਾਂਦਾ ਹੈ ਕਿ ਉਹ ਲੀਵਰ ਨੂੰ ਪਚਾਉਣਾ ਹੀ ਔਖਾ ਹੈ। ਤਾਂ ਇਹੋ ਜਿਹਾ ਖਾਣਾ ਖਾਂਦੇ ਰਹੋਗੇ ਤਾਂ ਫਿਰ ਸਮਝ ਲਓ ਕਿਸੇ ਡਾਕਟਰ ਦੇ ਵੱਸ ਦਾ ਰੋਗ ਨਹੀਂ ਹੈ ਤੁਹਾਡਾ ਲੀਵਰ ਠੀਕ ਕਰਨਾ। ਤਾਂ ਸਿੰਪਲ ਬਾਰ-ਬਾਰ ਇਸ ਗੱਲ ਦੇ ਉੱਤੇ ਮੈਂ ਐਮਫੈਸਾਈਜ਼ ਕਰ ਰਿਹਾ ਕਿ ਤੁਸੀਂ ਆਪਣਾ ਖਾਣ ਪਾਣ ਠੀਕ ਕਰ ਲਓ, ਬਾਜ਼ਾਰ ਦਾ ਖਾਣਾ ਬਿਲਕੁਲ ਬੰਦ ਕਰ ਦਿਓ, ਲੀਵਰ ਦੀ ਸਮੱਸਿਆ
ਠੀਕ ਹੋ ਜਾਏਗੀ। ਔਰ ਇੱਕ ਤੁਹਾਨੂੰ ਬੜਾ ਅਲਾਰਮਿੰਗ ਜੀ ਮੈਂ ਤੁਹਾਨੂੰ ਗੱਲ ਦੱਸਦਾ, ਫੈਟੀ ਲੀਵਰ ਤੁਹਾਨੂੰ ਪਤਾ ਕਿਹੜੀ ਏਜ 'ਚ ਮਿਲਦਾ ਹੈ? 20 ਤੋਂ ਲੈ ਕੇ 45 ਸਾਲ ਦੀ ਏਜ 'ਚ ਮੈਕਸਿਮਮ ਮਿਲਦਾ ਹੈ। ਬਿਲਕੁਲ। ਕਾਰਨ ਕੀ ਹੈ? ਇਹੀ ਏਜ ਤਾਂ ਹੈ ਤੁਹਾਡੇ ਬਾਹਰ ਖਾਣ ਪੀਣ ਦੀ। ਇਹੀ ਏਜ ਦੇ ਵਿੱਚ ਤਾਂ ਤੁਸੀਂ ਹਰ ਰੋਜ਼ ਜਮੈਟੋ ਸਵੀਗੀ ਕਰਦੇ ਹੋ ਨਾ। ਜਦੋਂ ਵੀ ਦੇਖਿਆ ਚੱਲ ਖਾਣਾ ਨਹੀਂ ਬਣਿਆ, ਚੱਲ ਜਮੈਟੋ ਨੂੰ ਆਰਡਰ ਕਰ ਦਿਓ। ਅੱਜ ਕੱਲ੍ਹ ਤਾਂ ਇਹ ਵੀ ਬੜੀ ਹੈਲਪ ਹੋ ਗਈ ਨਾ, ਬੈਠੇ ਬੈਠੇ ਗੈਸਟ ਵੀ ਆ ਕੇ ਕੋਈ ਨਹੀਂ ਜਮੈਟੋ ਤੋਂ ਮੰਗਾ ਲੈਂਦੇ ਆ। ਜਮੈਟੋ ਤੋਂ ਖਾਣਾ ਤਾਂ ਹੋਟਲ ਦਾ ਹੀ ਆ ਰਿਹਾ, ਔਰ ਉਹੀ ਸੈਚੂਰੇਟਡ ਘੀ ਨਾਲ ਬਣਿਆ ਆ ਰਿਹਾ। ਉਹ ਸਭ ਬਿਮਾਰੀਆਂ ਤੁਸੀਂ ਘਰੇ ਬੁਲਾ ਰਹੇ ਹੋ। ਠੀਕ ਹੈ, ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋ। ਡਾਈਟ ਠੀਕ ਕਰੋ। ਕੁਟਕੀ ਦੀ ਇੱਕ ਚੁਟਕੀ ਲੈਣੀ ਸ਼ੁਰੂ ਕਰ ਦਿਓ ਸਵੇਰੇ ਸ਼ਾਮ, ਤੁਹਾਡਾ ਲੀਵਰ ਬਿਲਕੁਲ ਠੀਕ ਰਹੇਗਾ। ਠੀਕ ਹੈ, ਡਾਈਟ ਅਗਰ ਤੁਸੀਂ ਘਰ ਦੀ ਖਾਓਗੇ ਜ਼ਰੂਰਤ ਨਹੀਂ ਪਏਗੀ। ਹਫ਼ਤੇ 'ਚ ਇੱਕ ਦਿਨ ਵਰਤ ਰੱਖ ਲਓਗੇ ਤਾਂ ਵੀ ਤੁਹਾਡਾ ਲੀਵਰ ਠੀਕ ਹੋਣਾ ਸ਼ੁਰੂ ਹੋ ਜਾਏਗਾ।